ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੇਂਦਰੀ ਵਿਧਾਨ ਪਾਲਿਕਾ ਦੇ ਨਾਲ ਰਿਲੇਟਡ ਇੰਪੋਰਟੈਂਟ MCQ ਕਵਰ ਕਰਾਂਗੇ। ਜਿਹੜੇ ਵੀ ਸਟੂਡੈਂਟ ਪੰਜਾਬ ਪੁਲਿਸ ਕਾਂਸਟੇਬਲ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡਾ ਸਿਲੇਬਸ ਓਪਨ ਕਰ ਲਿਆ ਹੋਇਆ ਹੈ ਤੇ ਤੁਹਾਡੇ ਸਿਲੇਬਸ ਦੇ ਵਿੱਚ 35 ਨੰਬਰ ਦੀ ਜੀਕੇ ਦੇ ਵਿੱਚ ਜੋ ਸੰਵਿਧਾਨ ਦਾ ਇੰਪੋਰਟੈਂਟ ਟੌਪਿਕ ਆ ਉਹ ਲਿਖਿਆ ਹੋਇਆ ਹੈ ਸੈਂਟਰਲ ਐਂਡ ਸਟੇਟ ਲੈਜਿਸਲੇਚਰ। ਇਹਦਾ ਮਤਲਬ ਕੀ ਹੈ ਕਿ ਕੇਂਦਰੀ ਅਤੇ ਰਾਜ ਵਿਧਾਨ ਪਾਲਿਕਾ। ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਸਿਰਫ ਤੇ ਸਿਰਫ ਤੁਹਾਨੂੰ ਕੇਂਦਰੀ ਵਿਧਾਨ ਪਾਲਿਕਾ ਬਾਰੇ ਕਰਵਾਵਾਂਗੀ। ਕੱਲ ਮੈਂ ਤੁਹਾਨੂੰ ਰਾਜ ਵਿਧਾਨ ਪਾਲਿਕਾ ਬਾਰੇ ਕਰਵਾਵਾਂਗੀ। ਠੀਕ ਹੈ, ਹੁਣ ਸਮਾਂ ਬਹੁਤ ਥੋੜਾ ਰਹਿ ਗਿਆ ਹੈ ਤੁਹਾਡੇ ਐਗਜ਼ਾਮ ਦੇ ਵਿੱਚ, ਇਸ ਕਰਕੇ ਮੈਂ ਇਸ ਟੌਪਿਕ ਦੇ ਵਿੱਚੋਂ ਇੰਪੋਰਟੈਂਟ ਐਂਡ ਸਿਲੈਕਟਡ MCQ ਹੀ ਲਏ ਆ। ਅਸੀਂ ਕੋਈ ਜ਼ਿਆਦਾ ਫालतू ਦੇ MCQ ਨਹੀਂ ਕਰਨੇਗੇ। ਜੋ ਇੰਪੋਰਟੈਂਟ ਆ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਉਹੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਨ ਵਾਲੇ ਹਾਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਦੀ ਅਗਵਾਈ ਕੌਣ ਕਰਦਾ ਹੈ? ਹਾਂਜੀ, ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਦੀ ਅਗਵਾਈ ਕਰਦਾ ਰਾਸ਼ਟਰਪਤੀ। ਆਪਸ਼ਨ ਏ ਇੱਥੇ ਰਾਈਟ ਆਨਸਰ ਆ। ਸੰਸਦ ਦੇ ਦੋ ਸਦਨ ਕਿਹੜੇ ਆ? ਰਾਜ ਸਭਾ ਤੇ ਲੋਕ ਸਭਾ। ਲੋਕ ਸਭਾ ਦੇ ਵਿੱਚ ਲੋਕਾਂ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ ਤੇ ਰਾਜ ਸਭਾ ਰਾਜਾਂ ਦੀ ਪ੍ਰਤੀਨਿਧਤਾ ਕਰਦੀ ਆ। ਤੇ ਇਹਨਾਂ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਰਾਸ਼ਟਰਪਤੀ ਸੰਵਿਧਾਨ ਦੇ ਆਰਟੀਕਲ 108 ਦੇ ਤਹਿਤ ਬੁਲਾ ਸਕਦਾ ਵਾ। ਉਹ ਵੀ ਤਾਂ ਜੇਕਰ ਦੋਨਾਂ ਸਦਨਾਂ ਦੇ ਵਿੱਚ ਕਿਸੇ ਬਿੱਲ ਸੰਬੰਧੀ ਮਤਭੇਦ ਆ, ਉਹਨਾਂ ਨੂੰ ਦੂਰ ਕਰਨ ਲਈ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਸਿਰਫ ਤੇ ਸਿਰਫ ਰਾਸ਼ਟਰਪਤੀ ਹੀ ਬੁਲਾ ਸਕਦਾ ਵਾ। ਹੋਰ ਕਿਸੇ ਵੀ ਉਦੇਸ਼ ਦੇ ਲਈ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਦੀ ਵਿਵਸਥਾ ਸੰਵਿਧਾਨ ਦੇ ਵਿੱਚ ਨਹੀਂ ਮਿਲੇਗੀ। ਠੀਕ ਹੈ, ਸੰਵਿਧਾਨ ਪਰਮਿਸ਼ਨ ਨਹੀਂ ਦਿੰਦਾ। ਇਸ ਕਰਕੇ ਹੁਣ ਤੁਸੀਂ ਇਹ ਯਾਦ ਰੱਖਣਾ। ਨੈਕਸਟ ਕੁਐਸਚਨ ਆ, ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਕਿਸ ਨੂੰ ਸੌਂਪਦਾ ਹੈ? ਹਾਂਜੀ, ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਦਿੰਦਾ ਵਾ। ਠੀਕ ਹੈ, ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਹੁਣ ਇਹ ਕਿਹੜੇ ਅਨੁਛੇਦ ਦੇ ਵਿੱਚ ਕਿਹਾ ਗਿਆ ਵਾ ਕਿ ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਉਪ ਰਾਸ਼ਟਰਪਤੀ ਨੂੰ ਦੇਵੇਗਾ? ਤਾਂ ਇਹ ਬੋਲਿਆ ਗਿਆ ਜੀ ਅਨੁਛੇਦ 56 ਇੱਕ ਕੱਕੇ ਦੇ ਵਿੱਚ। ਠੀਕ ਹੈ, ਐਗਜ਼ੈਕਟਲੀ ਇਹ ਆਨਸਰ ਆ। ਵੈਸੇ ਤੁਹਾਨੂੰ ਉੱਥੇ ਇਕੱਲਾ 56 ਵੀ ਆ ਸਕਦਾ ਜਾਂ 56A ਇਸ ਤਰ੍ਹਾਂ ਪਾ ਕੇ ਆ ਜਾਂਦੇ ਆ, ਪਰ ਜਿਵੇਂ 56 ਊੜਾ 56 1 ਆੜਾ, ਠੀਕ ਹੈ, ਇੱਦਾਂ ਦੇ ਬਣੇ ਹੋਏ ਆਰਟੀਕਲ। ਤਾਂ ਇਹਦੇ ਵਿੱਚ ਕੀ ਆ, ਹੁਣ 56 ਇੱਕ ਕੱਕਾ ਵਾ ਜਿਹੜਾ ਇਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਕਾਰਜਕਾਲ ਦੀ ਸਮਾਪਤੀ ਤੋਂ ਪਹਿਲਾਂ ਰਾਸ਼ਟਰਪਤੀ ਆਪਣਾ ਤਿਆਗ ਪੱਤਰ ਉਪ ਰਾਸ਼ਟਰਪਤੀ ਨੂੰ ਦੇ ਸਕਦਾ ਵਾ। ਪਰ ਜੇਕਰ ਮਹਾਦੋਸ਼ ਦੀ ਪ੍ਰਕਿਰਿਆ ਦੁਆਰਾ ਰਾਸ਼ਟਰਪਤੀ ਨੂੰ ਹਟਾਇਆ ਜਾਂਦਾ ਤੇ ਕਿਹੜੇ ਆਰਟੀਕਲ ਦੇ ਵਿੱਚ ਕਿਹਾ ਗਿਆ ਵਾ? 61 ਦੇ ਵਿੱਚ ਕਿਹਾ ਗਿਆ। ਅਨੁਛੇਦ 61 ਦੇ ਅਨੁਸਾਰ ਸੰਵਿਧਾਨ ਦੇ ਕਬਜ਼ੇ ਦੇ ਆਧਾਰ ਤੇ ਰਾਸ਼ਟਰਪਤੀ ਨੂੰ ਮੁਕੱਦਮੇ ਦੀ ਪ੍ਰਕਿਰਿਆ ਰਾਹੀਂ ਪਦਵੀ ਤੋਂ ਹਟਾਇਆ ਜਾ ਸਕਦਾ ਤੇ ਮੁਕੱਦਮੇ ਦਾ ਦੋਸ਼ ਸੰਸਦ ਦੇ ਕੋਈ ਵੀ ਸਦਨ ਆ ਜਿਹੜਾ ਉਹ ਲਗਾ ਸਕਦਾ ਵਾ, ਲੋਕ ਸਭਾ ਵੀ ਰਾਜ ਸਭਾ ਵੀ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਕੁਐਸਚਨ ਆ, ਭਾਰਤ ਵਿੱਚ ਫੁਟਕਲ ਸ਼ਕਤੀਆਂ ਦੀ ਵਰਤੋਂ ਤੇ ਰੋਕ ਹੈ? ਹਾਂਜੀ, ਭਾਰਤ ਦੇ ਵਿੱਚ ਜਿਹੜੀ ਉਹ ਫੁਟਕਲ ਦਾ ਮਤਲਬ ਕੀ ਹੁੰਦਾ? ਜਿਹੜੀ ਤਾਜ਼ਾ ਜਾਣਕਾਰੀ ਆ। ਠੀਕ ਹੈ, ਇਸ ਦੀਆਂ ਸ਼ਕਤੀਆਂ ਤੇ ਦੀ ਵਰਤੋਂ ਤੇ ਰੋਕ ਕਿਹਨੂੰ ਆ? ਫੁਟਕਲ ਦਾ ਮਤਲਬ ਹੁੰਦਾ ਜੋ ਐਟ ਪ੍ਰੈਜ਼ੈਂਟ ਚੱਲ ਰਿਹਾ। ਠੀਕ ਹੈ, ਉਹ ਕੇਂਦਰ ਦੇ ਵਿੱਚ ਇਹਦੀਆਂ ਸ਼ਕਤੀਆਂ ਦੀ ਗੱਲ ਹੋ ਰਹੀ ਹੈ ਇੱਥੇ, ਤਾਂ ਕੇਂਦਰ ਨੂੰ ਆ। ਠੀਕ ਹੈ, ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਲੋਕਾਂ ਦੇ ਕੰਮਾਂ ਨੂੰ ਕਿਸੇ ਨੇ ਲੋਕਾਂ ਦੇ ਕੰਮਾਂ ਨੂੰ ਕਿਸ ਨੇ ਸਵੈ ਸੰਬੰਧੀ ਕਾਰਜ ਅਤੇ ਦੂਜਿਆਂ ਨਾਲ ਸੰਬੰਧਿਤ ਕਾਰਜ ਵਿੱਚ ਵੰਡਿਆ ਹੈ? ਹਾਂਜੀ, JS ਮਿੱਲ ਆ। ਇਸ ਨੇ ਲੋਕਾਂ ਦੇ ਕੰਮਾਂ ਨੂੰ ਸਵੈ ਸੰਬੰਧੀ ਕਾਰਜ ਅਤੇ ਦੂਜਿਆਂ ਨਾਲ ਸੰਬੰਧਿਤ ਕੰਮਾਂ ਦੇ ਵਿੱਚ ਵੰਡਿਆ ਵਾ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਆ, ਦੋ ਨੇਤਾ ਲਾਲ ਬਹਾਦਰ ਸ਼ਾਸਤਰੀ ਅਤੇ ਜਨਰਲ ਆਯੂਬ ਖਾਨ 1966 ਵਿੱਚ ਮਿਲੇ ਅਤੇ ਇਹਨਾਂ ਨੇ 1965 ਦੇ ਯੁੱਧ ਤੋਂ ਪਹਿਲਾਂ ਦੀ ਸਥਿਤੀ ਉੱਤੇ ਆਪਣੇ ਦੇਸ਼ਾਂ ਦੀਆਂ ਸੈਨਾਵਾਂ ਨੂੰ ਵਾਪਸ ਬੁਲਾਉਣ ਦੀ ਸਹਿਮਤੀ ਦਿੱਤੀ ਸੀ। ਤੇ ਉਹ ਸਥਾਨ ਕਿਹੜਾ ਸੀ ਜਿੱਥੇ ਮਿਲੇ ਸੀ? ਇਹ ਸਥਾਨ ਸੀਗਾ ਜੀ ਤਾਸ਼ਕੰਦ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਆ, ਹੇਠਾਂ ਲਿਖਿਆਂ ਵਿੱਚੋਂ ਕਿਹੜਾ ਵਿਸ਼ਾ ਸਮਵਰਤੀ ਸੂਚੀ ਅਧੀਨ ਨਹੀਂ ਆਉਂਦਾ? ਹਾਂਜੀ, ਸਮਵਰਤੀ ਸੂਚੀ ਦੇਖੋ ਤਿੰਨ ਸੂਚੀਆਂ ਜਿਹੜੀਆਂ ਮੇਨ ਹੁੰਦੀਆਂ ਵਾ। ਇੱਕ ਹੁੰਦੀ ਰਾਜ ਸੂਚੀ ਜਿਹਦੇ ਵਿੱਚ ਕੇਵਲ ਰਾਜ ਸਰਕਾਰ ਹੀ ਕਾਨੂੰਨ ਬਣਾਉਂਦੀ ਆ। ਇੱਕ ਹੁੰਦੀ ਆ ਸੰਘ ਸੂਚੀ ਜਿਹਦੇ ਵਿੱਚ ਸਿਰਫ ਕੇਂਦਰ ਸਰਕਾਰ ਹੀ ਕਾਨੂੰਨ ਬਣਾਉਂਦੀ ਹੈ। ਇੱਕ ਹੁੰਦੀ ਸਮਵਰਤੀ ਸੂਚੀ ਜਿਹਦੇ ਵਿੱਚ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਕਾਨੂੰਨ ਬਣਾਉਂਦੀਆਂ ਵਾ। ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ ਜੀ, ਸਿੱਖਿਆ। ਠੀਕ ਹੈ, ਸਿੱਖਿਆ ਦਾ ਜਿਹੜਾ ਵਿਸ਼ਾ ਵਾ ਇਹ ਸਮਵਰਤੀ ਸੂਚੀ ਦੇ ਅਧੀਨ ਨਹੀਂ ਆਉਂਦਾ ਗਾ। ਨੈਕਸਟ
ਕਿਹੜੇ ਦੇਸ਼ ਨੂੰ ਇੰਦਰਧਨੁਖੀ ਦੇਸ਼ ਕਿਹਾ ਜਾਂਦਾ ਹੈ? ਹਾਂਜੀ, ਰੇਨਬੋ ਕੰਟਰੀ ਕਿਹੜੇ ਦੇਸ਼ ਨੂੰ ਬੋਲਿਆ ਜਾਂਦਾ ਵਾ? ਦੱਖਣੀ ਅਫਰੀਕਾ ਨੂੰ ਬੋਲਿਆ ਜਾਂਦਾ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਇੰਦਰਾ ਗਾਂਧੀ ਕਦੋਂ ਪ੍ਰਧਾਨ ਮੰਤਰੀ ਬਣੀ ਸੀ? ਹਾਂਜੀ, ਇੰਦਰਾ ਗਾਂਧੀ ਜੀ ਕਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸੀ? ਹਾਂਜੀ, ਨੈਕਸਟ ਦੇਖੋ ਤੁਹਾਡੇ ਸਾਹਮਣੇ ਆ, ਇੰਦਰਾ ਗਾਂਧੀ ਕਦੋਂ ਪ੍ਰਧਾਨ ਮੰਤਰੀ ਬਣੀ ਸੀ? ਹਾਂਜੀ, ਇੰਦਰਾ ਗਾਂਧੀ 1966 ਤੋਂ ਲੈ ਕੇ 1977 ਤੱਕ ਲਗਾਤਾਰ 3 ਵਾਰ ਪ੍ਰਧਾਨ ਮੰਤਰੀ ਬਣੀ ਸੀਗੀ। ਠੀਕ ਹੈ, ਉਸ ਤੋਂ ਬਾਅਦ ਇਹ 1980 ਦੇ ਵਿੱਚ ਬਣੇ। 1980 ਤੋਂ ਬਾਅਦ 1984 ਦੇ ਵਿੱਚ ਇਹਨਾਂ ਦਾ ਕਤਲ ਹੋ ਗਿਆ ਸੀ। ਠੀਕ ਹੈ, ਇਹ ਵੀ ਤੁਹਾਨੂੰ ਪਤਾ, ਮੈਂ ਇੱਕ ਵੀਡੀਓ ਦੇ ਵਿੱਚ ਕਰਵਾਇਆ ਵੀ ਹੋਇਆ ਵਾ ਕਿ ਕਿਉਂ ਹੋਇਆ ਸੀ। ਠੀਕ ਹੈ, ਅਲੱਗ ਤੋਂ ਇੱਕ ਵੀਡੀਓ ਬਣਾਈ ਸੀਗੀ ਬਲੂ ਸਟਾਰ ਤੇ, ਆਪਰੇਸ਼ਨ ਬਲੂ ਸਟਾਰ ਤੇ। ਹਾਂਜੀ, ਨੈਕਸਟ ਕੁਐਸਚਨ ਆ, ਭਾਰਤ ਚੀਨ ਦੀ ਸੀਮਾ ਰੇਖਾ ਕਿਹੜੀ ਹੈ? ਹਾਂਜੀ, ਭਾਰਤ ਅਤੇ ਚੀਨ ਦੀ ਜਿਹੜੀ ਸੀਮਾ ਰੇਖਾ ਵਾ ਇਹ ਕਿਹੜੀ ਆ? ਭਾਰਤ ਅਤੇ ਚੀਨ ਨੂੰ ਡਿਵਾਈਡ ਕਰਨ ਵਾਲੀ ਰੇਖਾ ਨੂੰ ਕੀ ਕਹਿੰਦੇ ਆ? ਮੈਕਮੋਹਨ ਲਾਈਨ ਬੋਲਦੇ ਆ। ਦੇਖੋ ਇੱਥੇ ਲਿਖਿਆ ਵਾ ਤੁਹਾਡੇ ਸਾਹਮਣੇ ਆਪਸ਼ਨ ਏ 'ਚ ਡੁਰੰਡ ਲਾਈਨ। ਠੀਕ ਹੈ, ਬਾਈ ਸਪੈਲਿੰਗ ਮਿਸਟੇਕ ਆ। ਡੁਰੰਡ ਲਾਈਨ ਭਾਰਤ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਦੀ ਆ, ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਦੀ ਆ। ਮੈਕਮੋਹਨ ਲਾਈਨ ਚੀਨ ਅਤੇ ਭਾਰਤ ਨੂੰ ਡਿਵਾਈਡ ਕਰਦੀ ਆ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਚੀਨ ਅਤੇ ਜੇਕਰ ਗੱਲ ਆ ਜੇ ਇਸ ਤਰ੍ਹਾਂ ਕਿ ਭਾਰਤ ਅਤੇ ਪਾਕਿਸਤਾਨ ਨੂੰ ਕੌਣ ਡਿਵਾਈਡ ਕਰਦਾ? ਰੈੱਡ ਕਲੀਫ ਲਾਈਨ ਕਰਦੀ ਆ। ਠੀਕ ਹੈ, ਇਹ 3 ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਆ। ਨੈਕਸਟ ਕੁਐਸਚਨ ਆ, ਭਾਰਤ ਇੱਕ ਗਣਤੰਤਰ ਰਾਜ ਹੈ ਕਿਉਂ? ਕਿਉਂ ਭਾਰਤ ਇੱਕ ਗਣਤੰਤਰ ਰਾਜ ਆ? ਕਿਉਂਕਿ ਇਹਦੇ ਜਿਹੜੇ ਰਾਸ਼ਟਰਪਤੀ ਆ ਜਾਂ ਪ੍ਰਧਾਨ ਮੰਤਰੀ ਆ ਉਹ ਵੰਸ਼ਵਾਦੀ ਨਹੀਂ ਗੇ। ਪਹਿਲਾਂ ਸੀਗਾ ਨਾ ਰਾਜਿਆਂ ਵਾਲਾ ਸਿਸਟਮ ਚੱਲਦਾ, ਮੁਰਾਰਚੀ ਸਿਸਟਮ ਚੱਲਦਾ ਸੀਗਾ, ਤਾਂ ਉਸ ਸਮੇਂ ਕੀ ਸੀਗਾ ਕਿ ਵੰਸ਼ਵਾਦੀ ਹੁੰਦੇ ਸੀਗੇ। ਇੱਕ ਦੀ ਡੈਥ ਹੋ ਗਈ, ਦੂਸਰਾ ਬੈਠ ਜਾਂਦਾ ਸੀ ਗੱਦੀ ਤੇ, ਜੇ ਉਹਦੀ ਡੈਥ ਹੋ ਗਈ ਤਾਂ ਉਹਦਾ ਪੁੱਤਰ ਗੱਦੀ ਤੇ ਬੈਠ ਜਾਂਦਾ ਸੀ। ਇਸ ਤਰ੍ਹਾਂ ਉਹ ਹੰਕਾਰੇ ਪਏ ਹੁੰਦੇ ਸੀ। ਤਾਂ ਭਾਰਤ ਵਿੱਚ ਹੁਣ ਗਣਤੰਤਰ ਰਾਜ ਆ। ਕਿਉਂ ਗਣਤੰਤਰ ਰਾਜ ਆ? ਕਿਉਂਕਿ ਜਿਹੜਾ ਰਾਸ਼ਟਰਪਤੀ ਆ ਉਹ ਲੋਕਾਂ ਦੁਆਰਾ ਚੁਣਿਆ ਜਾਂਦਾ ਵਾ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਇਹ ਆਉਂਦੇ ਕੋਈ ਵੰਸ਼ਵਾਦੀ ਨਹੀਂ ਰਹੇ ਹੋਏ। ਠੀਕ ਹੈ, ਤਾਂ ਇਸ ਕਰਕੇ ਭਾਰਤ ਇੱਕ ਗਣਤੰਤਰ ਰਾਜ ਬਣ ਚੁੱਕਿਆ ਵਾ। ਨੈਕਸਟ ਹੈ, ਸੰਸਦ ਦੀਆਂ ਦੋਨਾਂ ਬੈਠਕਾਂ ਵਿਚਕਾਰ ਵੱਧ ਤੋਂ ਵੱਧ ਅੰਤਰਾਲ ਕਿੰਨਾ ਹੁੰਦਾ ਹੈ? ਹਾਂਜੀ, ਸੰਸਦ ਦੀਆਂ ਜਿਹੜੀਆਂ ਦੋਨਾਂ ਬੈਠਕਾਂ ਵਾ ਇਹਦੇ ਵਿੱਚ ਵੱਧ ਤੋਂ ਵੱਧ ਅੰਤਰਾਲ 6 ਮਹੀਨਿਆਂ ਦਾ ਹੋ ਸਕਦਾ ਵਾ। ਠੀਕ ਹੈ, ਇਸ ਤੋਂ ਵੱਧ ਨਹੀਂ ਹੋਊਗਾ। ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ, 6 ਮੰਥ। ਬੀ ਰਾਈਟ, ਆਪਸ਼ਨ ਬੀ। ਨੈਕਸਟ ਕੁਐਸਚਨ ਆ, ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ? ਦੇਖੋ ਇੱਥੇ ਤੁਹਾਡੇ ਲਈ ਲੋਕ ਸਭਾ ਵੀ ਇੰਪੋਰਟੈਂਟ ਆ ਤੇ ਰਾਜ ਸਭਾ ਵੀ ਇੰਪੋਰਟੈਂਟ ਆ। ਠੀਕ ਹੈ, ਆਪਾਂ ਤੁਹਾਨੂੰ ਲੋਕ ਸਭਾ ਬਾਰੇ ਵੀ ਦੱਸਾਂਗੇ ਤੇ ਰਾਜ ਸਭਾ ਬਾਰੇ ਵੀ ਦੱਸਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਸੰਸਦ ਦੀ ਗੱਲ ਕੀਤੀ ਆਪਾਂ। ਠੀਕ ਹੈ, ਸੰਸਦ ਦੇ 2 ਸਦਨ ਹੁੰਦੇ ਆ। ਸੰਸਦ ਸੰਬੰਧੀ ਜਾਣਕਾਰੀ ਸਾਨੂੰ ਆਰਟੀਕਲ 79 ਦੇ ਵਿੱਚ ਮਿਲਦੀ ਆ। ਹਾਂਜੀ, ਹੁਣ ਆਪਾਂ ਗੱਲ ਕਰ ਰਹੇ ਹਾਂ ਲੋਕ ਸਭਾ ਦੀ। ਲੋਕ ਸਭਾ ਨੂੰ ਸੰਸਦ ਦਾ ਹੇਠਲਾ ਸਦਨ, ਪਹਿਲਾ ਸਦਨ ਜਾਂ ਫਿਰ ਪ੍ਰਤੀਨਿਧੀ ਜਾਂ ਜਨਤਕ ਸਦਨ ਬੋਲਿਆ ਜਾਂਦਾ। ਲੋਕ ਸਭਾ ਦੇ ਚੁਣੇ ਹੋਏ ਮੈਂਬਰਾਂ ਦੀ ਜਿਹੜੀ ਵੱਧ ਤੋਂ ਵੱਧ ਸੰਖਿਆ ਵਾ, ਪਹਿਲਾਂ ਦੇ ਅਧੀਨ ਦੱਸ ਰਹੀ ਹਾਂ, ਹੁਣ ਤਾਂ ਨਵੀਂ ਸੰਸਦ ਭਵਨ ਬਣ ਗਈ ਨਾ, ਇਹਦੇ ਅਕੋਰਡਿੰਗ ਹੋਰ ਆ। ਤੇ 550 ਨਿਸ਼ਚਿਤ ਕੀਤੀ ਗਈ ਆ। ਇਹਨਾਂ ਵਿੱਚੋਂ 550 ਮੈਂਬਰਾਂ ਵਿੱਚੋਂ ਵੱਧ ਤੋਂ ਵੱਧ 530 ਮੈਂਬਰ ਭਾਰਤੀ ਸੰਘ ਅਤੇ ਰਾਜਾਂ ਦੀ ਅਤੇ 20 ਮੈਂਬਰ ਸੰਘ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਆ। ਠੀਕ ਹੈ, ਹੁਣ ਇੱਥੇ ਕੁਐਸਚਨ ਕੀ ਆ ਕਿ ਲੋਕ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰਾਂ ਨੂੰ ਨਾਮਜ਼ਦ ਕਰ ਸਕਦਾ ਵਾ? ਲੋਕ ਸਭਾ ਦੇ ਕੁੱਲ ਚੁਣੇ ਹੋਏ ਮੈਂਬਰਾਂ ਤੋਂ ਇਲਾਵਾ ਐਂਗਲੋ ਇੰਡੀਅਨ ਜਾਤੀ ਦੇ 2 ਮੈਂਬਰ ਰਾਸ਼ਟਰਪਤੀ ਦੁਆਰਾ ਸਭਾ ਵਿੱਚ ਨਾਮਜ਼ਦ ਕੀਤੇ ਜਾ ਸਕਦੇ ਆ। ਠੀਕ ਹੈ, ਕਿੰਨੇ ਮੈਂਬਰ? 2 ਮੈਂਬਰ। ਆਪਸ਼ਨ ਬੀ ਇੱਥੇ ਰਾਈਟ ਆਨਸਰ ਆ। ਤੇ ਕਿਹੜੇ ਆਰਟੀਕਲ ਦੇ ਵਿੱਚ ਕਿਹਾ ਗਿਆ? ਇਹ ਆਰਟੀਕਲ 331 ਦੇ ਵਿੱਚ ਕਿਹਾ ਗਿਆ ਵਾ। ਅਨੁਛੇਦ 331 ਵਿੱਚ ਇਹ ਵਿਵਸਥਾ ਵਾ ਕਿ ਜੇਕਰ ਐਂਗਲੋ ਇੰਡੀਅਨ ਜਾਤੀ ਨੂੰ ਆਮ ਚੋਣਾਂ ਵਿੱਚ ਉਚਿਤ ਪ੍ਰਤੀਨਿਧਤਾ ਪ੍ਰਾਪਤ ਨਹੀਂ ਹੁੰਦੀ ਤਾਂ ਰਾਸ਼ਟਰਪਤੀ ਇਸ ਜਾਤੀ ਦੇ 2 ਮੈਂਬਰ ਲੋਕ ਸਭਾ ਵਿੱਚ ਨਾਮਜ਼ਦ ਕਰ ਸਕਦਾ ਵਾ। ਤੇ ਇੱਥੇ ਨਾਲ ਹੀ ਇਹ ਵੀ ਸਾਨੂੰ ਦੱਸਿਆ ਗਿਆ ਵਾ ਕਿ ਐਂਗਲੋ ਇੰਡੀਅਨ ਜਾਤੀ ਦੇ 2 ਮੈਂਬਰ ਲੋਕ ਸਭਾ ਦੇ 550 ਮੈਂਬਰਾਂ ਤੋਂ ਇਲਾਵਾ ਹਨ। ਠੀਕ ਹੈ, ਇਸ ਦਾ ਭਾਵ ਇਹ ਹੋਇਆ ਕਿ ਐਂਗਲੋ ਇੰਡੀਅਨ ਜਾਤੀ ਦੇ ਮੈਂਬਰਾਂ ਸਮੇਤ ਲੋਕ ਸਭਾ ਦੇ ਕੁੱਲ 552 ਮੈਂਬਰ ਹੋ ਜਾਂਦੇ ਨੇ। ਠੀਕ ਹੈ, ਇਹ ਤੁਹਾਨੂੰ ਬਹੁਤ ਇੰਪੋਰਟੈਂਟ ਆ, ਜੋ ਪਤਾ ਹੋਣੀਆਂ ਚਾਹੀਦੀਆਂ ਬੇਸਿਕ ਗੱਲਾਂ। ਤਾਂ ਹੁਣ ਅੱਗੇ ਆਪਾਂ ਕਰਦੇ ਹਾਂ ਜੀ ਨੈਕਸਟ ਕੁਐਸਚਨ। ਹਾਂਜੀ, ਨੈਕਸਟ ਦੇ ਵਿੱਚ ਦੇਖੋ, ਰਾਸ਼ਟਰਪਤੀ ਦੇ ਵੇਤਨ ਵਿੱਚ ਸੋਧ ਕੌਣ ਕਰ ਸਕਦਾ? ਹਾਂਜੀ, ਰਾਸ਼ਟਰਪਤੀ ਦੇ ਵੇਤਨ ਦੇ ਵਿੱਚ ਸੋਧ ਕੌਣ ਕਰ ਸਕਦਾ ਵਾ? ਤਾਂ ਇਹ ਕਰ ਸਕਦੀ ਹੈ ਜੀ ਸੰਸਦ। ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ।
ਹੁਣ ਸੰਸਦ ਕਿਹੜੀ ਆ, ਲੋਕ ਸਭਾ ਵੀ ਆ ਅਤੇ ਰਾਜ ਸਭਾ ਵੀ ਆ। ਰਾਸ਼ਟਰਪਤੀ ਦੇ ਵੀ ਵੇਤਨ ਦੇ ਵਿੱਚ ਜਿਹੜੀ ਆਪਾਂ ਬੋਲ ਸਕਦੇ ਆ ਕਿ ਸੋਧ ਕਰਨੀ ਆ, ਸੰਸ਼ੋਧਨ, ਇਹ ਲੋਕ ਸਭਾ ਤੇ ਰਾਜ ਸਭਾ ਕਰ ਸਕਦੀਆਂ। ਠੀਕ ਹੈ, ਨੈਕਸਟ ਹੈ, ਇਹਨਾਂ ਵਿੱਚੋਂ ਕਿਹੜਾ ਸਰਕਾਰ ਦਾ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਰੂਪ ਆ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਰੂਪ ਆ ਜਿਹੜਾ ਸਰਕਾਰ ਸਭ ਤੋਂ ਵੱਧ ਪਸੰਦ ਕਰਦੀ ਆ, ਉਹ ਹੈ ਲੋਕਤੰਤਰ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਲੋਕਤੰਤਰ ਦਾ ਮੀਨਿੰਗ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ, ਅਸੀਂ ਹਰੇਕ ਕਲਾਸ ਦੇ ਵਿੱਚ ਪੜ੍ਹਦੇ ਹਾਂ। ਨੈਕਸਟ ਕੁਐਸਚਨ ਆ, ਵੱਖ-ਵੱਖ ਕੰਮਾਂ ਦੇ ਆਧਾਰ ਤੇ ਸਰਕਾਰ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ। ਹਾਂਜੀ, ਕੰਮਾਂ ਦੇ ਆਧਾਰ ਤੇ ਸਰਕਾਰ ਨੂੰ ਆਪਾਂ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਦੇਖਦੇ ਹਾਂ ਸੰਵਿਧਾਨ ਦੇ ਵਿੱਚ, 3 ਭਾਗਾਂ ਦੇ ਵਿੱਚ। ਕਿਹੜੇ-ਕਿਹੜੇ ਭਾਗ ਆ ਜਾਂਦੇ ਆ ਇਹ ਦੇਖੋ, ਸਰਕਾਰ ਇੱਕ ਸਥਾਨਕ ਪੱਧਰ ਤੇ ਕੰਮ ਕਰਦੀ ਹੈ, ਇੱਕ ਰਾਜ ਪੱਧਰ ਤੇ ਇੱਕ ਰਾਸ਼ਟਰੀ ਪੱਧਰ ਤੇ। ਠੀਕ ਹੈ, ਤਾਂ ਇਹ 3 ਭਾਗ ਆ, ਸਥਾਨਕ ਪੱਧਰ, ਰਾਜ ਪੱਧਰ, ਰਾਸ਼ਟਰੀ ਪੱਧਰ। ਨੈਕਸਟ ਕੁਐਸਚਨ ਆ, ਇਹਨਾਂ ਵਿੱਚੋਂ ਕਿਹੜਾ ਸਰਕਾਰ ਦਾ ਕੰਮ ਹੈ। ਹਾਂਜੀ, ਸਰਕਾਰ ਦਾ ਕੰਮ ਕੀ ਆ, ਬਾਹਰੀ ਹਮਲਿਆਂ ਤੋਂ ਰੱਖਿਆ ਕਰਨੀ, ਅੰਦਰੂਨੀ ਸੁਰੱਖਿਆ ਬਣਾਈ ਰੱਖਣੀ, ਸ਼ਾਂਤੀ ਬਣਾਈ ਰੱਖਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਨੀਆਂ। ਤਾਂ ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਇੱਕ ਤੁਹਾਡੇ ਲਈ ਕਰੰਟਲੀ MCQ ਬਣ ਸਕਦਾ ਕਿ ਕਿਹੜੀ ਰਾਜ ਸਰਕਾਰ ਨੇ ਸਿਹਤ ਦਾ ਅਧਿਕਾਰ ਲਾਗੂ ਕੀਤਾ। ਮਤਲਬ ਜਿਵੇਂ ਸਕੂਲੀ ਸਿੱਖਿਆ ਨਾ ਸਾਰਿਆਂ ਲਈ ਜ਼ਰੂਰੀ ਕੀਤੀ ਗਈ ਆ, ਉਸੇ ਤਰ੍ਹਾਂ ਸਿਹਤ ਦਾ ਅਧਿਕਾਰ ਸਾਰਿਆਂ ਲਈ ਜ਼ਰੂਰੀ ਕੀਤਾ ਗਿਆ ਵਾ ਰਾਜਸਥਾਨ ਦੀ ਗੌਰਮੈਂਟ ਵੱਲੋਂ। ਕੱਲੀ ਰਾਜਸਥਾਨ ਪਹਿਲਾਂ ਇਦਾਂ ਦਾ ਰਾਜ ਬਣਿਆ ਜਿਹਨੇ ਸਿਹਤ ਦਾ ਅਧਿਕਾਰ ਸਾਰਿਆਂ ਲਈ ਜ਼ਰੂਰੀ ਕਰ ਦਿੱਤਾ। ਮਤਲਬ ਕਿ ਕੋਈ ਵੀ ਗੌਰਮੈਂਟ ਹਸਪੀਟਲ ਆ ਚਾਹੇ ਪ੍ਰਾਈਵੇਟ ਹਸਪੀਟਲ ਆ, ਕਿਸੇ ਵੀ ਇਨਸਾਨ ਦੀ ਜੇਕਰ ਹਾਲਤ ਕ੍ਰਿਟੀਕਲ ਆ ਤਾਂ ਬਿਨਾਂ ਪੈਸਿਆਂ ਤੋਂ ਉਹਨਾਂ ਨੂੰ ਇਲਾਜ ਕਰਨਾ ਪੈਣਾ। ਨੈਕਸਟ ਕੁਐਸਚਨ ਆ, ਸਰਕਾਰ ਦੇ ਉਸ ਰੂਪ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਸਰਵਉੱਚ ਸ਼ਕਤੀਆਂ ਕੇਂਦਰ ਸਰਕਾਰ ਕੋਲ ਹੁੰਦੀਆਂ ਹਨ। ਹਾਂਜੀ, ਸਰਕਾਰ ਦੇ ਵਿੱਚ ਜਦੋਂ ਸਰਵਉੱਚ ਸ਼ਕਤੀਆਂ ਕੇਂਦਰ ਸਰਕਾਰ ਦੇ ਕੋਲ ਹੁੰਦੀਆਂ ਤਾਂ ਉਹਨੂੰ ਏਕਾਤਮਕ ਸਰਕਾਰ ਬੋਲਿਆ ਜਾਂਦਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਇਹਨਾਂ ਵਿੱਚੋਂ ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਕਿਹੜੀ ਹੈ। ਹਾਂਜੀ, ਲੋਕਤੰਤਰੀ ਸਰਕਾਰ ਦੀ ਵਿਸ਼ੇਸ਼ਤਾ ਕੀ ਆ ਕਿ ਲੋਕਾਂ ਦੀ ਕਾਨੂੰਨ ਦੇ ਨਿਰਮਾਣ ਵਿੱਚ ਸ਼ਮੂਲੀਅਤ ਹੁੰਦੀ ਹੈ, ਇਹ ਵੀ ਬਿਲਕੁਲ ਠੀਕ ਆ। ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਸਰਕਾਰ ਬਣਾਉਂਦੀ ਆ, ਇਹ ਵੀ ਬਿਲਕੁਲ ਠੀਕ ਆ। ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ, ਇਹ ਵੀ ਬਿਲਕੁਲ ਠੀਕ ਆ। ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ, ਉਪਰੋਕਤ ਸਾਰੇ। ਨੈਕਸਟ ਹੈ, ਭਾਰਤੀ ਸੰਸਦ ਵਿੱਚ JPC, ਹਾਂਜੀ ਇੱਥੇ JPC ਆ। JPC ਦਾ ਕੀ ਅਰਥ ਆ, ਇਹਦਾ ਮਤਲਬ ਆ ਜੁਆਇੰਟ ਪਾਰਲੀਮੈਂਟਰੀ ਕਮੇਟੀ। ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਨੈਕਸਟ ਹੈ, ਰਾਜ ਸਭਾ ਸੰਬੰਧੀ ਕਿਹੜਾ ਕਥਨ ਗਲਤ ਆ। ਹਾਂਜੀ, ਸਭ ਤੋਂ ਪਹਿਲਾਂ ਤਾਂ ਇੱਥੇ ਬਾਈ ਮਿਸਟੇਕ 30 ਲਿਖਿਆ ਵਾ, ਇੱਥੇ ਹੈਗਾ 38। ਠੀਕ ਹੈ, ਰਾਜ ਸਭਾ ਸੰਬੰਧੀ ਹੁਣ ਕਿਹੜਾ ਕਥਨ ਗਲਤ ਆ। ਇੱਥੇ ਮੈਂ ਤੁਹਾਨੂੰ ਰਾਜ ਸਭਾ ਬਾਰੇ ਦੱਸਦੀ ਹਾਂ ਕਿਉਂਕਿ ਇੱਕ ਇਹ ਤਾਂ ਆਪਸ਼ਨਾਂ ਹੋ ਗਈਆਂ। ਆਪਸ਼ਨਾਂ ਤਾਂ ਕਿਸੇ ਵੀ ਤਰ੍ਹਾਂ ਘੁਮਾ ਫਿਰਾ ਕੇ ਪਾਈਆਂ ਜਾ ਸਕਦੀਆਂ, ਜੇ ਆਪਾਂ ਨੂੰ ਡਿਟੇਲ 'ਚ ਪਤਾ ਹੋਊਗਾ ਤਾਂ ਆਪਾਂ ਨੂੰ ਆਸਾਨੀ ਦੇ ਨਾਲ ਆਪਾਂ ਲਗਾ ਸਕਦੇ ਹਾਂ। ਠੀਕ ਹੈ, ਦੇਖੋ ਰਾਜ ਸਭਾ ਦੀ ਜਿਹੜੀ ਹਾਂਜੀ, ਰਾਜ ਸਭਾ ਦੇ ਵਿੱਚ ਮੈਂਬਰ ਆ ਜਿਹੜੇ, ਇਹਨਾਂ ਦੀ ਕੁੱਲ ਗਿਣਤੀ 250 ਨਿਸ਼ਚਿਤ ਕੀਤੀ ਗਈ ਹੈ, ਜਿਨ੍ਹਾਂ ਦੇ ਵਿੱਚੋਂ 238 ਮੈਂਬਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੋਣਗੇ ਅਤੇ ਬਾਕੀ 12 ਮੈਂਬਰ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਣਗੇ। ਤੇ ਭਾਰਤ ਦਾ ਰਾਸ਼ਟਰਪਤੀ ਸੰਵਿਧਾਨ ਦੇ ਅਨੁਛੇਦ 80 ਦੁਆਰਾ ਰਾਜ ਸਭਾ ਸਾਹਿਤ, ਵਿਗਿਆਨ, ਕਲਾ, ਸਮਾਜ ਸੇਵਾ ਅਤੇ ਖੇਤਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਹੀ ਨਾਮਜ਼ਦ ਕਰ ਸਕਦਾ ਹੈ। ਰਾਸ਼ਟਰਪਤੀ ਦੀ ਨਾਮਜ਼ਦ ਕਰਨ ਦੀ ਸ਼ਕਤੀ ਇਹਨਾਂ 4 ਖੇਤਰਾਂ ਤੱਕ ਹੀ ਸੀਮਤ ਆ। ਕਿਹੜੇ-ਕਿਹੜੇ 4 ਖੇਤਰ ਆ? ਸਾਹਿਤ, ਵਿਗਿਆਨ, ਕਲਾ ਅਤੇ ਸਮਾਜ ਸੇਵਾ। ਤੇ ਇਹਨਾਂ ਖੇਤਰਾਂ ਤੋਂ ਬਾਹਰ ਕਿਸੇ ਵਿਅਕਤੀ ਨੂੰ ਰਾਸ਼ਟਰਪਤੀ ਰਾਜ ਸਭਾ ਵਿੱਚ ਨਾਮਜ਼ਦ ਨਹੀਂ ਕਰ ਸਕਦਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ ਹੁਣ ਦੇਖੋ ਕੀ ਆ, ਰਾਜ ਸਭਾ ਇੱਕ ਸਥਾਈ ਸਦਨ ਆ, ਇਹ ਵੀ ਬਹੁਤ ਇੰਪੋਰਟੈਂਟ ਫੈਕਟ ਆ। ਠੀਕ ਹੈ, ਇਹ ਵੀ ਠੀਕ ਆ ਬਿਲਕੁਲ। ਰਾਜ ਸਭਾ ਵਿੱਚ 12 ਮੈਂਬਰ ਰਾਸ਼ਟਰਪਤੀ ਨਾਮਜ਼ਦ ਕਰਦਾ, ਇਹ ਵੀ ਠੀਕ ਆ। ਇੱਥੇ ਬਾਈ ਮਿਸਟੇਕ 230 ਲਿਖਿਆ ਹੋਇਆ ਵਾ, ਤਾਂ ਇੱਥੇ ਹੈਗਾ ਵਾ 238। ਠੀਕ ਹੈ, ਇਹ ਵੀ ਮੈਂ ਤੁਹਾਨੂੰ ਉੱਪਰ ਦੱਸ ਚੁੱਕੀ ਹਾਂ, ਤਾਂ ਇਹ ਵੀ ਬਿਲਕੁਲ ਠੀਕ ਆ। ਹੁਣ ਦੇਖੋ, ਰਾਸ਼ਟਰਪਤੀ ਆਪਣੀ ਪਦਵੀ ਵਜੋਂ ਰਾਜ ਸਭਾ ਦਾ ਪ੍ਰਧਾਨ ਹੁੰਦਾ। ਰਾਜ ਸਭਾ ਦਾ ਪ੍ਰਧਾਨ ਕੌਣ ਹੁੰਦਾ ਵਾ? ਉਪ ਰਾਸ਼ਟਰਪਤੀ ਹੁੰਦਾ ਵਾ, ਤੇ ਇੱਥੇ ਰਾਸ਼ਟਰਪਤੀ ਲਿਖਿਆ, ਮਤਲਬ ਇਹੀ ਕਥਨ ਗਲਤ ਆ, ਆਪਸ਼ਨ ਡੀ। ਨੈਕਸਟ ਕੁਐਸਚਨ, ਕਿਹੜਾ ਕਥਨ ਰਾਜ ਸਭਾ ਸੰਬੰਧੀ ਸਹੀ ਹੈ? ਹਾਂਜੀ, ਹੁਣ ਫਿਰ ਰਾਜ ਸਭਾ ਦੀ ਗੱਲ ਆ ਗਈ ਆ, ਤਾਂ ਰਾਜ ਸਭਾ ਸੰਬੰਧੀ ਕਿਹੜਾ ਕਥਨ ਸਹੀ ਹੈ? ਰਾਜ ਸਭਾ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੁੰਦੇ ਆ। ਵੈਰੀ ਇੰਪੋਰਟੈਂਟ ਫੈਕਟ ਯਾਦ ਰੱਖਣਾ। ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਤੇ ਉਪ ਰਾਸ਼ਟਰਪਤੀ ਆਪਣੀ ਪਦਵੀ ਵਜੋਂ ਰਾਜ ਸਭਾ ਦਾ ਚੇਅਰਮੈਨ ਹੁੰਦਾ ਹੈ। ਬਿਲਕੁਲ ਠੀਕ ਆ, ਤਾਂ ਉਪਰੋਕਤ ਸਾਰੇ ਹੀ ਇਸ ਦਾ ਰਾਈਟ ਆਨਸਰ ਹੈ। ਨੈਕਸਟ ਹੈ, ਰਾਸ਼ਟਰਪਤੀ ਕਿਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ? ਹਾਂਜੀ, ਆ ਜਿਹੜਾ ਕਿਹੜੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਸਕਦਾ ਵਾ? ਜਿਹੜਾ ਲੋਕ ਸਭਾ ਦੇ ਬਹੁਮਤ ਦਲ ਦਾ ਨੇਤਾ ਹੋਵੇ। ਠੀਕ ਹੈ, ਲੋਕ ਸਭਾ ਦੇ ਬਹੁਮਤ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਚੁਣਦਾ ਵਾ। ਤਾਂ ਆਪਸ਼ਨ ਨੰਬਰ ਇੱਥੇ ਸੀ ਰਾਈਟ ਆਨਸਰ ਹੈ।
ठीक है जी, ये तुसीं ध्यान दे विच रखना। संसद विच की शामिल है? हाँ जी, संसद दे विच की शामिल आ? लोक सभा, राज सभा ਅਤੇ ਰਾਸ਼ਟਰਪਤੀ, ਜਾਣੀ कि उपरले ਤਿੰਨ ਜਾਣੇ ਜਿਹੜੇ ਹੈਗੇ ਆ शामिल आ। ਤਾਂ ऑप्शन नंबर ਇੱਥੇ ਸੀ ਰਾਈਟ आंसर है। ठीक है, लोक सभा, राज सभा ਅਤੇ ਰਾਸ਼ਟਰਪਤੀ, ਇਹਨਾਂ ਨੂੰ ਮਿਲ ਕੇ ਸੰਸਦ ਬਣਦੀ ਹੈ। ਨੈਕਸਟ, ਸ਼ਾਂਤੀ ਅਤੇ ਯੁੱਧ ਦਾ ਐਲਾਨ ਕੌਣ ਕਰਦਾ ਹੈ? ਹਾਂਜੀ, ਸ਼ਾਂਤੀ ਅਤੇ ਯੁੱਧ ਦਾ ਐਲਾਨ ਰਾਸ਼ਟਰਪਤੀ ਹੀ ਕਰ ਸਕਦਾ ਵਾ। ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ। ਹਾਂਜੀ, ਸ਼ਾਂਤੀ ਅਤੇ ਯੁੱਧ ਦਾ ਐਲਾਨ ਰਾਸ਼ਟਰਪਤੀ ਕਰਦਾ ਹੈ। ਠੀਕ ਹੈ, ਨੈਕਸਟ ਹੈ ਰਾਜ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ? ਹੁਣ ਰਾਜ ਸਭਾ ਦੀ ਗੱਲ ਹੋਈ ਆ। ਠੀਕ ਹੈ, ਰਾਜ ਸਭਾ ਦੀ ਬੈਠਕ ਦੀ ਜਿਹੜੀ ਪ੍ਰਧਾਨਗੀ ਆ, ਤੁਹਾਨੂੰ ਪਤਾ ਆਪਾਂ ਉੱਪਰ ਗੱਲ ਕੀਤੀ ਹੈ ਕਿ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਵਾ ਜਾਂ ਪ੍ਰਧਾਨ ਕੌਣ ਹੁੰਦਾ ਵਾ, ਤੇ ਇਹ ਹੁੰਦਾ ਉਪ ਰਾਸ਼ਟਰਪਤੀ। ਤਾਂ ਉਪ ਰਾਸ਼ਟਰਪਤੀ ਰਾਜ ਸਭਾ ਦੀ ਬੈਠਕ ਦੀ ਪ੍ਰਧਾਨਗੀ ਕਰਦਾ, ਲੋਕ ਸਭਾ ਦਾ ਸਪੀਕਰ ਕਰਦਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕੇਂਦਰੀ ਸਰਕਾਰ ਕਲਿਆਣ ਬੋਰਡ ਦਾ ਗਠਨ ਕਦੋਂ ਹੋਇਆ? ਹਾਂਜੀ, ਕੇਂਦਰੀ ਸਰਕਾਰ ਕਲਿਆਣ ਬੋਰਡ ਦਾ ਜਿਹੜਾ ਗਠਨ ਆ ਇਹ ਤੁਹਾਨੂੰ ਪੁੱਛਿਆ ਜਾ ਰਿਹਾ ਵਾ, ਤੇ ਕਦੋਂ ਹੋਇਆ? ਹਾਂਜੀ, ਜਿਹੜਾ ਇਹ ਗਠਨ ਆ ਇਹ 1953 ਦੇ ਵਿੱਚ ਹੋਇਆ ਸੀ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਤੇ ਇਹਦੇ ਵਿੱਚ ਕੀ ਸੀਗਾ ਕਿ ਮਤਲਬ ਆਪਣੀ ਇੱਛਾ ਦੇ ਅਨੁਸਾਰ ਜਾਂ ਆਪਣੀ ਇੱਛਾ ਨੂੰ ਉਤਸ਼ਾਹਿਤ ਕਰਨ ਲਈ ਪਰਿਵਾਰ ਵਿੱਚ, ਔਰਤਾਂ ਵਿੱਚ ਅਤੇ ਬੱਚਿਆਂ ਦੀ ਆਮ ਭਲਾਈ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਂ ਹੋਰ ਭਲਾਈ ਦੀਆਂ ਗਤੀਵਿਧੀਆਂ ਨੂੰ ਭਾਰਤ ਦੇ ਵਿੱਚ ਸਰਕਾਰ ਦੇ ਵਿੱਚ ਐਡ ਕਰਨਾ। ਠੀਕ ਹੈ, ਇਹ ਇਹਦੇ ਮੇਨ ਮਕਸਦ ਸੀਗੇ। 1953 ਦੇ ਵਿੱਚ ਇਹਦਾ ਜਿਹੜਾ ਗਠਨ ਆ ਉਹ ਕੀਤਾ ਗਿਆ ਸੀਗਾ। ਤੇ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਜੀ, ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ? ਹਾਂਜੀ, ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਸਨ ਮੌਲਾਨਾ ਅਬੁਲ ਕਲਾਮ ਆਜ਼ਾਦ। ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਆਪਸ਼ਨ ਸੀ। ਠੀਕ ਹੈ, ਇੱਕ ਦੇਖੋ ਆਪਾਂ ਉੱਪਰ ਕੁਐਸਚਨ ਕੀਤਾ ਵਾ ਕਿ ਕੇਂਦਰੀ ਸਰਕਾਰ ਕਲਿਆਣ ਬੋਰਡ ਦਾ ਗਠਨ ਕਦੋਂ ਹੋਇਆ? ਇਹ ਮੈਂ ਤੁਹਾਨੂੰ ਦੱਸਿਆ ਕਿ 1953 ਦੇ ਵਿੱਚ ਹੋਇਆ। ਇੱਕ ਸੰਯੁਕਤ ਰਾਸ਼ਟਰ ਸੰਘ ਆ ਸਕਦਾ, ਇਸ ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ। ਠੀਕ ਹੈ, ਇੱਦਾਂ ਇਹ ਫੈਕਟ ਆ ਥੋੜ੍ਹੇ ਜੋ ਤੁਸੀਂ ਯਾਦ ਰੱਖਣੇ ਆ। ਨੈਕਸਟ ਹੈ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਕੌਣ ਸਨ? ਹਾਂਜੀ, ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਸਨ ਡਾਕਟਰ ਐਸ ਰਾਧਾ ਕ੍ਰਿਸ਼ਨਨ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਨੈਕਸਟ ਹੈ ਆਜ਼ਾਦ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਕੌਣ ਸਨ? ਹਾਂਜੀ, ਆਜ਼ਾਦ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਕੌਣ ਸਨ? ਸਰਦਾਰ ਵੱਲਭ ਭਾਈ ਪਟੇਲ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ, ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਕੌਣ ਸੀ? ਹਾਂਜੀ, ਉਹ ਭਾਰਤ ਦੀ ਪਹਿਲੀ ਔਰਤ ਜਿਹੜੀ ਕਿ ਰਾਸ਼ਟਰਪਤੀ ਸੀਗੀ ਤਾਂ ਇਹ ਸੀਗੀ ਜੀ, ਕੌਣ ਸੀਗੇ? ਜਲਦੀ ਨਾਲ ਲਿਖੋ ਕਮੈਂਟ ਬਾਕਸ ਦੇ ਵਿੱਚ। ਪ੍ਰਤਿਭਾ ਪਾਟਿਲ ਇਹ ਭਾਰਤ ਦੀ ਪਹਿਲੀ ਔਰਤ ਆ ਜਿਹੜੀ ਕਿ ਰਾਸ਼ਟਰਪਤੀ ਸੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਭਾਰਤ ਦੀ ਪਹਿਲੀ ਰਾਜਪਾਲ ਕੌਣ ਸੀ? ਹਾਂਜੀ, ਭਾਰਤ ਦੀ ਪਹਿਲੀ ਔਰਤ ਜੋ ਰਾਜਪਾਲ ਸੀ ਤੇ ਇਹ ਸੀ ਸਰੋਜਨੀ ਨਾਇਡੂ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਇਹਨਾਂ ਨੂੰ ਸਾਡੀ ਰਾਸ਼ਟਰ ਮਾਤਾ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਠੀਕ ਹੈ ਜੀ, ਨੈਕਸਟ ਹੈ ਭਾਰਤ ਦੀ ਪਹਿਲੀ ਔਰਤ ਮੁੱਖ ਮੰਤਰੀ ਕੌਣ ਸੀ? ਹਾਂਜੀ, ਭਾਰਤ ਦੀ ਪਹਿਲੀ ਔਰਤ ਮੁੱਖ ਮੰਤਰੀ ਸੀਗੀ ਸੁਚੇਤਾ ਕਿਰਪਲਾਨੀ। ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ। ਠੀਕ ਹੈ, ਨੈਕਸਟ ਹੈ ਜੀ, ਹਾਂਜੀ ਅੱਗੇ ਆ ਦੇਸ਼ ਦਾ ਨਾਮ ਅਤੇ ਪਾਰਲੀਮੈਂਟ ਦਾ ਨਾਮ ਲਿਖਿਆ ਹੋਇਆ। ਤੁਹਾਨੂੰ ਪਤਾ ਹੋਣਾ ਕਿ ਆਪਣੇ ਪਾਰਲੀਮੈਂਟ ਨੂੰ ਭਾਰਤ ਦੇ ਵਿੱਚ ਕੀ ਬੋਲਿਆ ਜਾਂਦਾ ਵਾ? ਆਪਣੇ ਪਾਰਲੀਮੈਂਟ ਨੂੰ ਭਾਰਤ ਦੇ ਵਿੱਚ ਆਪਾਂ ਸੰਸਦ ਬੋਲਦੇ ਹਾਂ। ਤਾਂ ਏ ਦਾ ਦੋ ਆਪਸ਼ਨ ਆ, ਮਤਲਬ ਏ ਦੇ ਨਾਲ ਦੋ ਮਿਲਾਨ ਹੋਇਆ ਵਾ, ਤਾਂ ਏ ਦੇ ਵਿੱਚ ਦੋ ਆਪਸ਼ਨ ਕਿਹੜੀ ਆਪਸ਼ਨ ਦੇ ਵਿੱਚ ਪਿਆ ਵਾ? ਏ ਦਾ ਦੋ ਬੀ ਆਪਸ਼ਨ ਦੇ ਏ ਵਿੱਚ ਪਿਆ ਨਾ, ਤਾਂ ਮਤਲਬ ਇਹੀ ਰਾਈਟ ਆਨਸਰ ਹੋਊਗਾ। ਇੱਕ ਤਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ ਆਪਾਂ ਦੇਖ ਲੈਂਦੇ ਹਾਂ ਕਿ ਭਾਰਤ ਦਾ ਜਿਹੜਾ ਸਬੰਧ ਆ ਉਹ ਕਿਹਦੇ ਨਾਲ ਆ? ਸੰਸਦ ਨਾਲ ਆ। ਤੇ ਉਸ ਤੋਂ ਬਾਅਦ ਇੰਗਲੈਂਡ ਦਾ ਜਿਹੜਾ ਸਬੰਧ ਆ ਇਹ ਹੈਗਾ ਵਾ ਜੀ ਪਾਰਲੀਮੈਂਟ ਨਾਲ। ਇੰਗਲੈਂਡ ਨੂੰ ਕੀ ਬੋਲਦੇ ਆ? ਪਾਰਲੀਮੈਂਟ ਬੋਲਦੇ ਆ। ਮਤਲਬ ਕੀ ਆ? ਬੀ ਦੀ ਆਪਸ਼ਨ 3 ਆਉਣੀ ਆ ਇੱਥੇ। ਤੇ ਉਸ ਤੋਂ ਬਾਅਦ ਸਾਡੇ ਕੋਲ ਲਿਖਿਆ ਹੋਇਆ ਪਾਕਿਸਤਾਨ ਦੇ ਵਿੱਚ ਪਾਰਲੀਮੈਂਟ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ? ਨੈਸ਼ਨਲ ਅਸੈਂਬਲੀ ਦੇ ਨਾਮ ਨਾਲ ਜਾਣਿਆ ਜਾਂਦਾ। ਠੀਕ ਹੈ, ਫਿਰ ਉਸ ਤੋਂ ਬਾਅਦ ਯੂ ਐਸ ਏ ਦੇ ਵਿੱਚ ਕਾਂਗਰਸ ਦੇ ਨਾਮ ਨਾਲ ਜਾਣਿਆ ਜਾਂਦਾ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹਾਂਜੀ, ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕਿਸ ਦੀ ਨਿਯੁਕਤੀ ਕਰਦਾ ਹੈ? ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਜਪਾਲ ਦੀ ਨਿਯੁਕਤੀ ਕਰਦਾ। ਆਪਸ਼ਨ ਇੱਥੇ ਏ ਰਾਈਟ ਆਨਸਰ ਹੈ। ਠੀਕ ਹੈ, ਨੈਕਸਟ ਹੈ ਪਹਿਲੇ ਲੋਕ ਸਭਾ ਦੇ ਸਪੀਕਰ ਕੌਣ ਸਨ? ਹਾਂਜੀ, ਪਹਿਲੇ ਲੋਕ ਸਭਾ ਦੇ ਸਪੀਕਰ ਸੀ ਜੀ.ਵੀ. ਮਾਲਵਕਾਰ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਜੀ.ਵੀ. ਦਾ ਮਤਲਬ ਕੀ ਹੈ? ਗਣੇਸ਼ ਵਾਸੁਦੇਵ ਮਾਲਵਕਾਰ।
ਨੈਕਸਟ ਹੈ ਰਾਸ਼ਟਰਪਤੀ ਦਾ ਭਾਸ਼ਣ ਕਿਸ ਦੁਆਰਾ ਦਿੱਤਾ ਤਿਆਰ ਕੀਤਾ ਜਾਂਦਾ ਹੈ। ਹਾਂਜੀ, ਜਿਹੜਾ ਰਾਸ਼ਟਰਪਤੀ ਹੈ ਇਹਦਾ ਜਿਹੜਾ ਲੈਕਚਰ ਆ, ਜੋ ਰਾਸ਼ਟਰਪਤੀ ਲੈਕਚਰ ਦਿੰਦਾ ਵਾ, ਇਸ ਦਾ ਲੈਕਚਰ ਕਿਸ ਦੁਆਰਾ ਤਿਆਰ ਕੀਤਾ ਜਾਂਦਾ ਵਾ? ਕੇਂਦਰੀ ਮੰਤਰੀ ਮੰਡਲ ਦੁਆਰਾ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕਿਹੜਾ ਪਹਿਲਾ ਭਾਰਤੀ ਬਰਤਾਨਵੀ ਸੰਸਦ ਦਾ ਮੈਂਬਰ ਬਣਿਆ ਸੀ? ਹਾਂਜੀ, ਇਹਨਾਂ ਦੇ ਵਿੱਚੋਂ ਕਿਹੜੇ ਭਾਰਤੀ ਆ ਜਿਹੜੇ ਪਹਿਲਾਂ ਬਰਤਾਨਵੀ ਸੰਸਦ ਦੇ ਮੈਂਬਰ ਬਣੇ ਸੀ? ਦਾਦਾ ਭਾਈ ਨੌਰੋਜੀ। ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਭਾਰਤ ਵਿੱਚ ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ ਸਨ? ਹਾਂਜੀ, ਭਾਰਤ ਦੇ ਵਿੱਚ ਜਿਹੜੀਆਂ ਪਹਿਲੀਆਂ ਆਮ ਚੋਣਾਂ ਹੋਈਆਂ ਸੀਗੀਆਂ ਇਹ ਕਦੋਂ ਹੋਈਆਂ ਸੀ? ਇਹ ਤੁਹਾਨੂੰ ਪੁੱਛਿਆ ਹਾਂਜੀ, ਸਾਨੂੰ ਸਭ ਨੂੰ ਨੋਰਮਲੀ ਪਤਾ ਹੈ ਕਿ ਭਾਰਤ ਦੇ ਵਿੱਚ ਪਹਿਲੀਆਂ ਆਮ ਚੋਣਾਂ 1951-52 ਦੇ ਵਿੱਚ ਹੋਈਆਂ ਸੀ। ਤਾਂ ਆਪਸ਼ਨ ਇੱਥੇ ਸੀ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਆ ਸੁਤੰਤਰ ਭਾਰਤ ਦੇ ਪਹਿਲੇ ਅਤੇ ਆਖਰੀ ਭਾਰਤੀ ਗਵਰਨਰ ਜਨਰਲ ਕੌਣ ਸਨ? ਹਾਂਜੀ, ਸੁਤੰਤਰ ਭਾਰਤ ਦੇ ਪਹਿਲੇ ਅਤੇ ਆਖਰੀ ਭਾਰਤ ਦੇ ਗਵਰਨਰ ਜਨਰਲ ਕੌਣ ਸਨ? ਇਹ ਸੀਗੇ ਸੀ ਰਾਜਗੋਪਾਲਚਾਰੀ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ ਭਾਰਤ ਦੀ ਲੋਕ ਸਭਾ ਵਿੱਚ ਕੁੱਲ ਕਿੰਨੀਆਂ ਸੀਟਾਂ ਹਨ? ਹਾਂਜੀ, ਭਾਰਤ ਦੀ ਲੋਕ ਸਭਾ ਦੇ ਵਿੱਚ ਕੁੱਲ ਕਿੰਨੀਆਂ ਸੀਟਾਂ ਨੇ? ਵੈਸੇ ਹੁਣ ਤਾਂ ਨਵਾਂ ਸੰਸਦ ਭਵਨ ਤਿਆਰ ਹੋ ਗਿਆ, ਇਸ ਦੇ ਅਕੋਰਡਿੰਗ 888 ਸੀਟਾਂ ਨੇ, ਠੀਕ ਹੈ। ਤੇ ਭਾਰਤ ਦੀ ਲੋਕ ਸਭਾ ਵਿੱਚ ਕਿੰਨੀਆਂ ਸੀਟਾਂ ਨੇ? ਪੁਰਾਣੀ ਲੋਕ ਸਭਾ ਦੇ ਅਕੋਰਡਿੰਗ ਆਪਸ਼ਨਾਂ ਤੁਹਾਨੂੰ ਦਿਖ ਰਹੀਆਂ ਹੈ ਆਪਣੇ ਆਪ ਹੀ। ਤਾਂ ਇੱਥੇ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਕਿੰਨੇ ਆਊਗਾ ਜੀ? ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਹੈ। ਭਾਰਤ ਵਿੱਚ ਲੋਕ ਸਭਾ ਦੀਆਂ ਜਿਹੜੀਆਂ ਸੀਟਾਂ ਨੇ ਉਹ ਹੈ 545। ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਆ। ਨੈਕਸਟ ਕੁਐਸਚਨ ਆ ਭਾਰਤ ਦਾ ਰਾਸ਼ਟਰਪਤੀ ਬਣਨ ਲਈ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ? ਹਾਂਜੀ, ਇੱਥੇ ਮੈਂ ਤੁਹਾਨੂੰ ਰਾਸ਼ਟਰਪਤੀ ਬਾਰੇ ਉਹਦੀ ਕਿਹੜੀ ਯੋਗਤਾ ਵਾ ਜਾਂ ਕੀ ਉਹਦੀ ਮਤਲਬ ਕਿ ਜੋ ਕੰਡੀਸ਼ਨਸ ਫੋਲੋ ਕਰਨੀਆਂ ਚਾਹੀਦੀਆਂ ਵਾ ਇਹ ਦੱਸ ਦਿੰਦੀ ਆ। 4 ਮੇਨ ਤੱਥ ਹੁੰਦੇ ਆ ਰਾਸ਼ਟਰਪਤੀ ਨੂੰ ਚੁਣਨ ਦੇ ਲਈ। ਇਹ ਅਨੁਛੇਦ 58 ਦੇ ਵਿੱਚ ਲਿਖਿਆ ਹੋਇਆ ਵਾ ਕਿ ਕੋਈ ਵੀ ਵਿਅਕਤੀ ਰਾਸ਼ਟਰਪਤੀ ਲਈ ਤਦ ਹੀ ਚੁਣਿਆ ਜਾਵੇਗਾ ਜੇ ਉਹ ਭਾਰਤ ਦਾ ਨਾਗਰਿਕ ਹੋਵੇ ਤੇ ਉਸ ਦੀ ਉਮਰ 35 ਸਾਲ ਹੋਵੇ, ਉਹ 35 ਸਾਲ ਦੀ ਉਮਰ ਪੂਰੀ ਕਰ ਚੁੱਕਿਆ ਹੋਵੇ ਤੇ ਲੋਕ ਸਭਾ ਦਾ ਮੈਂਬਰ ਚੁਣੇ ਜਾਣ ਲਈ ਯੋਗ ਹੋਵੇ ਤੇ ਭਾਰਤ ਸਰਕਾਰ ਜਾਂ ਰਾਜ ਸਰਕਾਰਾਂ ਦੇ ਅਧੀਨ ਜਾਂ ਨਿਯੰਤਰਣ ਵਿੱਚ ਕਿਸੇ ਸਥਾਨਿਕ ਸੰਸਥਾ ਵਿੱਚ ਲਾਭਪਾਤਰੀ ਨਾ ਹੋਵੇ। ਤਾਂ ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ ਜੀ ਆਪਸ਼ਨ ਡੀ 35 ਸਾਲ, ਠੀਕ ਹੈ। 35 ਸਾਲ ਆ ਜਿਹੜੀ ਰਾਸ਼ਟਰਪਤੀ ਦੀ ਉਮਰ ਹੋਣੀ ਚਾਹੀਦੀ ਆ। ਨੈਕਸਟ ਆ ਇੱਕ ਰਾਜ ਦਾ ਰਾਜਪਾਲ ਆਪਣੇ ਕੰਮ ਲਈ ਕਿਸ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ? ਹਾਂਜੀ, ਇੱਕ ਰਾਜ ਦਾ ਰਾਜਪਾਲ ਆਪਣੇ ਕੰਮ ਦੇ ਲਈ ਕਿਹਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਵਾ? ਰਾਜਪਾਲ ਨੂੰ ਪਹਿਲਾਂ ਤਾਂ ਤੁਸੀਂ ਦੇਖੋ ਸਹੁੰ ਕੌਣ ਚੁਕਾਉਂਦਾ ਵਾ? ਰਾਜਪਾਲ ਨੂੰ ਸਹੁੰ ਰਾਸ਼ਟਰਪਤੀ ਦੁਆਰਾ ਚੁਕਾਈ ਜਾਂਦੀ ਹੈ, ਠੀਕ ਹੈ। ਤੇ ਕਿਸੇ ਵੀ ਰਾਜਪਾਲ ਦਾ ਜਿਹੜਾ ਕੋਈ ਕੰਮ ਆ ਉਸ ਦੇ ਪ੍ਰਤੀ ਜਿਹੜਾ ਜ਼ਿੰਮੇਵਾਰ ਹੁੰਦਾ ਤਾਂ ਉਹ ਰਾਸ਼ਟਰਪਤੀ ਹੀ ਹੁੰਦਾ ਵਾ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ ਰਾਸ਼ਟਰਪਤੀ। ਨੈਕਸਟ ਹੈ ਜੀ ਹਾਂਜੀ ਸੱਤਾ ਤੇ ਹਸਤਾਂਤਰਨ ਲਈ ਸੰਵਿਧਾਨਕ ਵਿਵਸਥਾ ਤਿਆਰ ਕਰਨ ਲਈ ਕੈਬਨਿਟ ਮਿਸ਼ਨ ਨੂੰ ਕਦੋਂ ਭਾਰਤ ਭੇਜਿਆ ਗਿਆ ਸੀ? ਹਾਂਜੀ, ਕੈਬਨਿਟ ਮਿਸ਼ਨ ਕਦੋਂ ਭਾਰਤ ਆਇਆ ਸੀ? 24 ਮਾਰਚ 1946 ਨੂੰ ਕੈਬਨਿਟ ਮਿਸ਼ਨ ਆ ਜਿਹੜਾ ਇਹ ਭਾਰਤ ਆਇਆ ਸੀ। ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਰਾਸ਼ਟਰੀ ਵਿਕਾਸ ਪਰਿਸ਼ਦ ਦੀ ਪ੍ਰਧਾਨਗੀ ਕੌਣ ਕਰਦਾ ਹੈ? ਹਾਂਜੀ, ਰਾਸ਼ਟਰੀ ਵਿਕਾਸ ਪਰਿਸ਼ਦ ਦੀ ਪ੍ਰਧਾਨਗੀ ਕੌਣ ਕਰਦਾ? ਤਾਂ ਇਸ ਦੇ ਵਿੱਚ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਪ੍ਰਧਾਨ ਮੰਤਰੀ। ਰਾਸ਼ਟਰੀ ਵਿਕਾਸ ਪਰਿਸ਼ਦ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਕਰਦਾ। ਨੈਕਸਟ ਕੁਐਸਚਨ ਲੋਕ ਸਭਾ ਵਿੱਚ ਕਿਸੇ ਬਿੱਲ ਨੂੰ ਧਨ ਬਿੱਲ ਦੇ ਰੂਪ ਵਿੱਚ ਕੌਣ ਪ੍ਰਮਾਣਿਤ ਕਰਦਾ? ਇੱਥੇ ਪਹਿਲਾਂ ਆਪਾਂ ਧਨ ਬਿੱਲ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਥੋੜੀ ਫਾਸਟ ਕਰ ਲੈਂਦੇ ਹਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਵਿੱਚ ਬੋਰ ਹੋ ਜਾਂਦੇ ਨੇ ਕਿ ਮੈਨੂੰ ਮੈਸੇਜ ਵੀ ਕਰਦੇ ਨੇ ਕਿ ਥਿਊਰੀ ਨਾ ਦੱਸੋ ਇੰਨੀ। ਤਾਂ ਧਨ ਬਿੱਲ ਤਾਂ ਇੰਪੋਰਟੈਂਟ, ਇਹਦੇ ਬਾਰੇ ਦੱਸ ਦਿੰਦੀ ਹਾਂ। ਧਨ ਬਿੱਲ ਸੰਬੰਧੀ ਜਾਣਕਾਰੀ ਆ ਜਿਹੜੀ ਸਾਨੂੰ ਆਰਟੀਕਲ 110 ਦੇ ਵਿੱਚ ਦਿੱਤੀ ਜਾਂਦੀ ਆ। ਧਨ ਬਿੱਲ ਦਾ ਨਿਰਧਾਰਨ ਲੋਕ ਸਭਾ ਦਾ ਜਿਹੜਾ ਸਪੀਕਰ ਆ ਉਹ ਕਰਦਾ ਵਾ। ਇਹ ਰਾਸ਼ਟਰਪਤੀ ਦੀ ਸਿਫਾਰਿਸ਼ ਨਾਲ ਕੇਵਲ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ। ਰਾਜ ਸਭਾ ਧਨ ਬਿੱਲ ਵਿੱਚ ਨਾ ਤਾਂ ਕੋਈ ਸੋਧ ਕਰ ਸਕਦੀ ਆ ਤੇ ਨਾ ਹੀ ਇਸ ਨੂੰ ਦੇਖ ਸਕਦੀ ਹੈ ਜਾਂ ਖਾਰਿਜ ਕਰ ਸਕਦੀ, ਕੁਛ ਚੇਂਜ ਨਹੀਂ ਕਰ ਸਕਦੀ। ਉਹ ਕੇਵਲ ਵੱਧ ਤੋਂ ਵੱਧ 14 ਦਿਨ ਤੱਕ ਆਪਣੇ ਕੋਲ ਹੀ ਰੱਖ ਸਕਦੀ ਆ। ਇਸ ਦੇ ਮਗਰੋਂ ਧਨ ਬਿੱਲ ਰਾਸ਼ਟਰਪਤੀ ਕੋਲ ਭੇਜਿਆ ਜਾਂਦਾ ਤੇ ਅਨੁਛੇਦ 117 ਦੇ ਅਨੁਸਾਰ ਰਾਸ਼ਟਰਪਤੀ ਧਨ ਬਿੱਲ ਤੇ ਆਪਣੀ ਸਹਿਮਤੀ ਦੇ ਦਿੰਦਾ ਕਿਉਂਕਿ ਉਹ ਰਾਸ਼ਟਰਪਤੀ ਦੀ ਸਿਫਾਰਿਸ਼ ਨਾਲ ਹੀ ਪੇਸ਼ ਕੀਤਾ ਜਾਂਦਾ ਵਾ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਿੱਲ ਆ ਜਿਹੜੇ
ਚਾਰ ਤਰ੍ਹਾਂ ਦੇ ਹੁੰਦੇ, ਇੱਕ ਸਧਾਰਨ ਬਿੱਲ, ਇੱਕ ਧਨ ਬਿੱਲ, ਇੱਕ ਵਿੱਤ ਬਿੱਲ ਤੇ ਇੱਕ ਸੰਵਿਧਾਨਕ ਸੋਧ ਬਿੱਲ। ਠੀਕ ਹੈ, ਉਹਦੇ ਵਿੱਚੋਂ ਧਨ ਬਿੱਲ ਮੈਂ ਦੱਸਤਾ, ਜਦੋਂ ਕੋਈ ਹੋਰ ਬਿੱਲ ਆਇਆ ਉਹਦੇ ਬਾਰੇ ਗੱਲ ਕਰ ਲਵਾਂਗੇ। ਤਾਂ ਇੱਥੇ ਕੀ ਪੁੱਛਿਆ ਸੀ ਉਹਨਾਂ ਨੇ, ਲੋਕ ਸਭਾ ਵਿੱਚ ਕਿਸੇ ਬਿੱਲ ਨੂੰ ਧਨ ਬਿੱਲ ਦੇ ਰੂਪ ਵਿੱਚ ਕੌਣ ਪ੍ਰਮਾਣਿਤ ਕਰਦਾ ਵਾ। ਤਾਂ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ, ਹੁਣ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਤਾ ਹੋਵੇਗਾ ਸਭ ਨੂੰ। ਸਪੀਕਰ ਪ੍ਰਮਾਣਿਤ ਕਰਦਾ ਵਾ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਕੇਂਦਰੀ ਮੰਤਰੀ ਮੰਡਲ ਦੇ ਆਕਾਰ ਅਤੇ ਮੈਂਬਰਸ਼ਿਪ ਦਾ ਫੈਸਲਾ ਕੌਣ ਕਰਦਾ। ਹਾਂਜੀ, ਕੇਂਦਰੀ ਮੰਤਰੀ ਮੰਡਲ ਦੇ ਆਕਾਰ ਅਤੇ ਮੈਂਬਰਸ਼ਿਪ ਦੇ ਜੇ ਫੈਸਲੇ ਦੀ ਗੱਲ ਕਰੀਏ ਤਾਂ ਇਹ ਫੈਸਲਾ ਕਰਦੇ ਆ ਜੀ, ਹਾਂਜੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਪ੍ਰਧਾਨ ਮੰਤਰੀ। ਕੇਂਦਰੀ ਮੰਤਰੀ ਮੰਡਲ ਦੇ ਆਕਾਰ ਅਤੇ ਮੈਂਬਰਸ਼ਿਪ ਦਾ ਫੈਸਲਾ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਂਦਾ। ਨੈਕਸਟ ਹੈ, ਰਾਜ ਸਭਾ ਦੀਆਂ 1/3 ਥਾਵਾਂ ਨੂੰ ਭਰਨ ਲਈ ਕਿੰਨੇ ਸਾਲ ਬਾਅਦ ਚੋਣਾਂ ਹੁੰਦੀਆਂ ਨੇ। ਹਾਂਜੀ, ਰਾਜ ਸਭਾ ਦੀਆਂ 1/3 ਸੀਟਾਂ ਨੂੰ ਭਰਨ ਦੇ ਲਈ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ 2 ਸਾਲ ਬਾਅਦ ਹੁੰਦੀਆਂ, ਕਿਉਂਕਿ 2 ਸਾਲ ਬਾਅਦ ਇਹਦੇ ਤੀਜੇ ਹਿੱਸੇ ਦੇ ਜਿਹੜੇ ਮੈਂਬਰ ਉਹ ਰਿਟਾਇਰ ਹੁੰਦੇ ਰਹਿੰਦੇ ਆ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ ਜੀ, ਸੰਸਦ ਵੱਲੋਂ ਪੁਸ਼ਟੀ ਹੋਣ ਤੇ ਵੀ ਰਾਸ਼ਟਰੀ ਸੰਕਟ ਕਾਲ ਕਿੰਨੇ ਸਮੇਂ ਤੱਕ ਲਾਗੂ ਰਹਿ ਸਕਦਾ। ਦੇਖੋ, ਜਿਹੜਾ ਰਾਸ਼ਟਰੀ ਸੰਕਟ ਕਾਲ ਆ ਜਾਂ ਰਾਜ ਸੰਕਟ ਕਾਲੀਨ ਦੀਆਂ ਸ਼ਕਤੀਆਂ ਉਹ ਸਿਰਫ ਤੇ ਸਿਰਫ ਪ੍ਰੈਜ਼ੀਡੈਂਟ ਕੋਲ ਹੁੰਦੀਆਂ, ਰਾਸ਼ਟਰਪਤੀ ਕੋਲ। ਰਾਸ਼ਟਰਪਤੀ ਜਿਹੜਾ ਰਾਸ਼ਟਰੀ ਸੰਕਟ ਕਾਲ ਆ ਉਹਦਾ ਸਾਨੂੰ ਸੰਬੰਧ ਆ ਜਿਹੜਾ 352 ਏ ਦੇ ਵਿੱਚ ਮਿਲਦਾ, 352 ਦੇ ਵਿੱਚ ਆਰਟੀਕਲ, ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਆ ਸਕਦਾ, ਬਹੁਤ ਇੰਪੋਰਟੈਂਟ ਆ। ਰਾਸ਼ਟਰੀ ਸੰਕਟ ਕਾਲ ਸੰਬੰਧੀ ਜਾਣਕਾਰੀ 352 ਦੇ ਵਿੱਚ ਮਿਲਦੀ ਹੈ। ਰਾਸ਼ਟਰਪਤੀ ਸ਼ਾਸਨ ਸੰਬੰਧੀ ਜਾਣਕਾਰੀ 356 ਦੇ ਵਿੱਚ ਮਿਲਦੀ ਹੈ। ਠੀਕ ਹੈ, ਤੇ ਵਿੱਤੀ ਸੰਕਟ ਕਾਲ ਸੰਬੰਧੀ ਜਾਣਕਾਰੀ 360 ਦੇ ਵਿੱਚ ਮਿਲਦੀ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤੇ ਹੁਣ ਕੁਐਸਚਨ ਕੀ ਪੁੱਛਿਆ ਗਿਆ ਵਾ ਕਿ ਸੰਸਦ ਵੱਲੋਂ ਪੁਸ਼ਟੀ ਹੋਣ ਤੇ ਵੀ ਰਾਸ਼ਟਰੀ ਸੰਕਟ ਕਾਲ ਕਿੰਨੇ ਸਮੇਂ ਤੱਕ ਲਾਗੂ ਰਹਿ ਸਕਦਾ ਵਾ। ਹਾਂਜੀ, ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ। ਤਾਂ ਰਾਈਟ ਆਨਸਰ ਹੈ ਆਪਸ਼ਨ ਬੀ 6 ਮਹੀਨੇ। ਨੈਕਸਟ ਹੈ, ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਹਾਂ ਦੀ ਪਦਵੀ ਖਾਲੀ ਹੋਵੇ ਤਾਂ ਉਹਨਾਂ ਦੀ ਰਾਸ਼ਟਰਪਤੀ ਦੇ ਰੂਪ ਵਿੱਚ ਕੰਮ ਕੌਣ ਕਰਦਾ ਵਾ। ਹਾਂਜੀ, ਜਦੋਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਹਾਂ ਦੀ ਪਦਵੀ ਖਾਲੀ ਹੋਵੇ ਤਾਂ ਭਾਰਤ ਦਾ ਮੁੱਖ ਜੱਜ ਰਾਸ਼ਟਰਪਤੀ ਦੇ ਰੂਪ ਵਿੱਚ ਕੰਮ ਕਰਦਾ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ। ਐਟ ਪ੍ਰੈਜ਼ੈਂਟ ਭਾਰਤ ਦੇ ਮੁੱਖ ਜੱਜ ਕੌਣ ਆ, ਕਮੈਂਟ ਬਾਕਸ ਦੇ ਵਿੱਚ ਲਿਖੋ ਜਲਦੀ। ਨੈਕਸਟ ਹੈ, ਰਾਸ਼ਟਰਪਤੀ ਦੇ ਚੋਣ ਸੰਬੰਧੀ ਵਿਵਾਦ ਨੂੰ ਕਿਸ ਨੂੰ ਸੌਂਪਿਆ ਜਾਂਦਾ ਹੈ। ਹਾਂਜੀ, ਰਾਸ਼ਟਰਪਤੀ ਦੇ ਚੋਣ ਸੰਬੰਧੀ ਜਿਹੜਾ ਵਿਵਾਦ ਆ ਇਸ ਨੂੰ ਸਰਵਉੱਚ ਅਦਾਲਤ ਕੋਲ ਲਿਜਾਇਆ ਜਾਂਦਾ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਰਾਸ਼ਟਰਪਤੀ ਨੂੰ ਕਿਸ ਤਰ੍ਹਾਂ ਹਟਾਇਆ ਜਾ ਸਕਦਾ ਹੈ। ਹਾਂਜੀ, ਰਾਸ਼ਟਰਪਤੀ ਨੂੰ ਮਹਾਦੋਸ਼ ਦੀ ਪ੍ਰਕਿਰਿਆ ਰਾਹੀਂ ਹਟਾਇਆ ਜਾ ਸਕਦਾ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਕਿਹੜੇ ਅਨੁਛੇਦ ਰਾਹੀਂ ਮਹਾਦੋਸ਼ ਲਗਾ ਕੇ ਹਟਾਇਆ ਜਾ ਸਕਦਾ, ਅਨੁਛੇਦ 61 ਰਾਹੀਂ। ਠੀਕ ਹੈ, ਨੈਕਸਟ ਹੈ, ਰਾਸ਼ਟਰਪਤੀ ਭਵਨ ਕਿਸ ਪਹਾੜੀ ਤੇ ਸਥਿਤ ਹੈ। ਹਾਂਜੀ, ਜਿਹੜਾ ਪੁਰਾਣਾ ਰਾਸ਼ਟਰਪਤੀ ਸੀਗਾ, ਰਾਸ਼ਟਰਪਤੀ ਭਵਨ, ਠੀਕ ਹੈ, ਜੋ ਪੁਰਾਣਾ ਰਾਸ਼ਟਰਪਤੀ ਭਵਨ ਸੀ ਕਿਹੜੀ ਪਹਾੜੀ ਤੇ ਸਥਿਤ ਆ, ਰਾਇਸੀਨਾ ਪਹਾੜੀ ਤੇ ਸਥਿਤ ਆ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਰਾਸ਼ਟਰਪਤੀ ਨੂੰ ਰਸਮੀ ਪ੍ਰਧਾਨ ਬਣਾਉਣਾ ਹੈ ਤਾਂ ਫਿਰ ਉਸ ਨੂੰ ਪ੍ਰਤੱਖ ਰੀਤੀ ਨਾਲ ਚੁਣਨਾ ਫਾਲਤੂ ਦੀ ਮਿਹਨਤ ਹੋਵੇਗੀ। ਇਹ ਕਿਸ ਨੇ ਬੋਲਿਆ ਕਥਨ। ਹਾਂਜੀ, ਜੇਕਰ ਆਪਾਂ ਰਾਸ਼ਟਰਪਤੀ ਨੂੰ ਰਸਮੀ ਪ੍ਰਧਾਨ ਬਣਾਉਣਾ ਚਾਹੁੰਦੇ ਆ ਤਾਂ ਉਸ ਨੂੰ ਪ੍ਰਤੱਖ ਰੀਤੀ ਨਾਲ ਚੁਣਨਾ ਫਾਲਤੂ ਦੀ ਮਿਹਨਤ ਆ। ਇਹ ਕਥਨ ਆ ਕਿ ਸੰਥਾਨਮ ਦਾ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਅਨਇੰਪੋਰਟੈਂਟ ਕੁਐਸਚਨ ਆ ਇਹ, ਠੀਕ ਹੈ, ਫਿਰ ਵੀ ਕੋਈ ਪਤਾ ਨਹੀਂ ਹੁੰਦਾ ਐਗਜ਼ਾਮ ਦੇ ਵਿੱਚ ਆ ਜੇ, ਇਸ ਕਰਕੇ ਕਰਵਾ ਦਿੱਤਾ ਵਾ। ਅੱਗੇ ਆ, ਹੇਠ ਲਿਖਿਆਂ ਵਿੱਚੋਂ ਕਿਸ ਵਿਦਵਾਨ ਨੇ ਕਿਹਾ ਕਿ ਅਨੁਪਾਤਿਤ ਪ੍ਰਤੀਨਿਧਤਾ ਪ੍ਰਣਾਲੀ ਅਪਣਾਉਣ ਦਾ ਉਦੇਸ਼ ਇਹ ਸੀ ਕਿ ਰਾਸ਼ਟਰ ਦਾ ਪ੍ਰਧਾਨ ਬਹੁਮਤਾਂ ਦੀ ਬਜਾਏ ਸਪਸ਼ਟ ਬਹੁਮਤ ਨਾਲ ਚੁਣਿਆ ਹੋਵੇ। ਤਾਂ ਇਹ ਕਥਨ ਕਿਹਾ ਸੀ ਪ੍ਰੋਫੈਸਰ ਪਾਇਲੀ ਨੇ। ਪ੍ਰੋਫੈਸਰ ਪਾਇਲੀ ਨੇ ਬੋਲਿਆ ਸੀ ਕਿ ਅਨੁਪਾਤਿਕ ਪ੍ਰਤੀਨਿਧਤਾ ਪ੍ਰਣਾਲੀ ਅਪਣਾਉਣ ਦਾ ਉਦੇਸ਼ ਇਹ ਆ ਕਿ ਰਾਸ਼ਟਰ ਦਾ ਪ੍ਰਧਾਨ ਬਹੁਮਤਾਂ ਦੀ ਬਜਾਏ ਸਪਸ਼ਟ ਬਹੁਮਤ ਨਾਲ ਚੁਣਿਆ ਜਾਵੇ। ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਸੰਵਿਧਾਨਕ ਸੋਧ ਨਾਲ ਰਾਸ਼ਟਰਪਤੀ ਦੁਆਰਾ ਲਾਗੂ ਕੀਤੀ ਸੰਕਟਕਾਲੀ ਘੋਸ਼ਣਾ ਨੂੰ ਨਿਆਂਯੋਗ ਬਣਾ ਦਿੱਤਾ ਗਿਆ। ਹਾਂਜੀ, ਇਹਦੇ ਵਿੱਚ ਕੀ ਹੈ, ਜਿਹੜੀ 44ਵੀਂ ਸੋਧ ਹੋਈ ਸੀਗੀ ਸੰਵਿਧਾਨ ਦੇ ਵਿੱਚ, ਠੀਕ ਹੈ, ਉਸ ਦੇ ਅਕੋਰਡਿੰਗ 44ਵੀਂ ਸੋਧ ਦੇ ਅਕੋਰਡਿੰਗ ਰਾਸ਼ਟਰਪਤੀ ਦੁਆਰਾ ਲਾਗੂ ਕੀਤੀ ਗਈ ਸੰਕਟਕਾਲੀਨ ਘੋਸ਼ਣਾ ਨੂੰ ਨਿਆਂਯੋਗ ਬਣਾਇਆ ਗਿਆ। ਠੀਕ ਹੈ, ਆਪਸ਼ਨ ਨੰਬਰ ਇੱਥੇ ਰਾਈਟ ਆਨਸਰ ਹੈ 44ਵੀਂ, ਸੀ ਆਪਸ਼ਨ। ਦੇਖੋ, 44ਵੀਂ ਸੋਧ 1978 ਦੇ ਵਿੱਚ ਹੋਈ ਸੀ ਤੇ ਰਾਸ਼ਟਰਪਤੀ ਵੱਲੋਂ ਸੰਕਟ ਕਾਲ ਦੀ ਘੋਸ਼ਣਾ ਤਦ ਹੀ ਕੀਤੀ ਜਾ ਸਕਦੀ ਹੈ ਜਦੋਂ ਮੰਤਰੀ ਮੰਡਲ ਲਿਖਤੀ ਰੂਪ ਵਿੱਚ ਰਾਸ਼ਟਰਪਤੀ ਨੂੰ ਅਜਿਹੀ ਸਲਾਹ ਦੇਵੇ। ਸੰਕਟ ਕਾਲ ਐਮਰਜੈਂਸੀ, ਯੁੱਧ,
ਬਾਹਰੀ ਹਮਲਾ ਜਾਂ ਸਸ਼ਸਤਰ ਵਿਦਰੋਹ ਦੀ ਸਥਿਤੀ ਵਿੱਚ ਹੀ ਘੋਸ਼ਿਤ ਕੀਤਾ ਜਾ ਸਕਦਾ। ਅੰਦਰੂਨੀ ਅਸ਼ਾਂਤੀ ਦੇ ਆਧਾਰ ਤੇ ਸੰਕਟ ਕਾਲ ਘੋਸ਼ਿਤ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਤਾਂ ਆਪਸ਼ਨ ਨੰਬਰ ਇੱਥੇ ਸੀ ਰਾਈਟ ਆਨਸਰ ਹੈ। ਨੈਕਸਟ ਹੈ 1997 ਦੇ ਅਧਿਆਦੇਸ਼ ਅਧੀਨ ਰਾਸ਼ਟਰਪਤੀ ਪਦਵੀ ਦੇ ਉਮੀਦਵਾਰ ਲਈ ਪ੍ਰਸਤਾਵਕਾਂ ਅਤੇ ਪੁਸ਼ਟੀਕਾਰਾਂ ਦੀ ਗਿਣਤੀ ਕਿੰਨੀ ਕਰ ਦਿੱਤੀ ਗਈ? ਹਾਂਜੀ, ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਤੋਂ ਬੀ। ਠੀਕ ਹੈ, ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਹਾਂਜੀ, ਨੈਕਸਟ ਕੁਐਸਚਨ ਆ, ਰਿਟਾਇਰਡ ਉਪ ਰਾਸ਼ਟਰਪਤੀ ਨੂੰ ਕਿੰਨੀ ਰਕਮ ਹਰ ਮਹੀਨੇ ਪੈਨਸ਼ਨ ਅਤੇ ਦਫ਼ਤਰੀ ਖਰਚ ਲਈ ਕਿੰਨੀ ਰਕਮ ਹਰ ਸਾਲ ਦਿੱਤੀ ਜਾਂਦੀ ਆ? ਹਾਂਜੀ, ਦਫ਼ਤਰੀ ਖਰਚ ਅਤੇ ਰਿਟਾਇਰਡ ਉਪ ਰਾਸ਼ਟਰਪਤੀ ਨੂੰ ਹਰ ਮਹੀਨੇ ਪੈਨਸ਼ਨ ਆ ਜਿਹੜੀ ਇਹ ਦਿੱਤੀ ਜਾਂਦੀ ਆ 2 ਲੱਖ ਰੁਪਏ ਅਤੇ ਦਫ਼ਤਰੀ ਖਰਚ ਲਈ ਉਹਨੂੰ 2.5 ਲੱਖ ਰੁਪਏ ਮਿਲਦਾ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਉਪ ਰਾਸ਼ਟਰਪਤੀ ਨੂੰ ਕਿੰਨੇ ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਂਦੀ ਆ? ਤਾਂ ਉਪ ਰਾਸ਼ਟਰਪਤੀ ਦੀ ਮਹੀਨੇ ਦੀ ਤਨਖਾਹ ਵਾ 4 ਲੱਖ। ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ 1997 ਨੂੰ ਜਾਰੀ ਅਧਿਆਦੇਸ਼ ਅਧੀਨ ਉਪ ਰਾਸ਼ਟਰਪਤੀ ਪਦਵੀ ਦੇ ਉਮੀਦਵਾਰ ਲਈ ਜ਼ਮਾਨਤ ਰਾਸ਼ੀ ਕਿੰਨੀ ਕਰ ਦਿੱਤੀ ਗਈ? ਤਾਂ ਜ਼ਮਾਨਤ ਰਾਸ਼ੀ ਕੀਤੀ ਗਈ ਹੈ ਜੀ 15,000 ਰੁਪਏ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਉਪ ਰਾਸ਼ਟਰਪਤੀ ਦੁਆਰਾ ਅਸਥਾਈ ਕਾਰਜਭਾਰ ਦੀ ਮਿਆਦ ਕਿਸੇ ਵੀ ਹਾਲਤ ਵਿੱਚ ਕਿੰਨੇ ਸਮੇਂ ਤੋਂ ਵੱਧ ਨਹੀਂ ਹੋ ਸਕਦੀ? ਹਾਂਜੀ, ਉਪ ਰਾਸ਼ਟਰਪਤੀ ਦੁਆਰਾ ਰਾਸ਼ਟਰਪਤੀ ਦੀ ਪਦਵੀ ਤੇ ਜਦੋਂ ਰਾਸ਼ਟਰਪਤੀ ਨਾ ਹੋਵੇ ਤਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਜਗ੍ਹਾ ਲੈਂਦਾ ਵਾ। ਠੀਕ ਹੈ, ਤਾਂ ਇਹ ਅਸਥਾਈ ਕਾਰਜ ਆ ਜਿਹੜਾ ਭਾਰ ਦੀ ਮਿਆਦ ਕਿੰਨੇ ਸਮੇਂ ਤੱਕ ਉਹ ਮਤਲਬ ਕਿ ਰਾਸ਼ਟਰਪਤੀ ਦੀ ਪਦਵੀ ਤੇ ਰਹਿ ਸਕਦਾ? ਸਿਰਫ 6 ਮਹੀਨੇ ਤੱਕ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਪਰ ਜੇਕਰ ਰਾਸ਼ਟਰਪਤੀ ਤੇ ਉਪ ਪ੍ਰਧਾਨ ਮੰਤਰੀ ਜੇਕਰ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਦੋਵੇਂ ਨਾ ਹੋਣ ਤਾਂ ਭਾਰਤ ਦਾ ਮੁੱਖ ਜੱਜ ਕੰਮ ਕਰੇਗਾ। ਠੀਕ ਹੈ, ਅੱਗੇ ਹੇਠ ਲਿਖਿਆਂ ਵਿੱਚੋਂ ਕਿਸ ਵਿਦਵਾਨ ਦੁਆਰਾ ਇਹ ਵਿਚਾਰ ਪ੍ਰਗਟ ਕੀਤਾ ਗਿਆ ਕਿ ਰਾਸ਼ਟਰਪਤੀ ਆਪਣੇ ਸਾਰੇ ਕੰਮਾਂ ਸੰਬੰਧੀ ਮੰਤਰੀ ਪਰਿਸ਼ਦ ਦੀ ਸਲਾਹ ਨੂੰ ਸਵੀਕਾਰ ਕਰਨ ਲਈ ਪਾਬੰਦ ਨਹੀਂ ਹੈ? ਤਾਂ ਇਹ ਜਿਹੜਾ ਕਥਨ ਦਿੱਤਾ ਵਾ ਡਾਕਟਰ ਐਨ ਬੈਨਰਜੀ ਨੇ ਵੀ ਕਿਹਾ, ਐਮ ਪਤੰਜਲੀ ਸ਼ਾਸਤਰੀ ਨੇ ਵੀ ਬੋਲਿਆ ਵਾ, ਅਲੈਨ ਗਲੈਡਹਿਲ ਨੇ ਵੀ ਬੋਲਿਆ ਵਾ। ਜਾਣੀ ਕਿ ਉਪਰੋਕਤ ਸਾਰਿਆਂ ਨੇ ਇਹ ਕਥਨ ਦਿੱਤਾ ਵਾ, ਇਹ ਸਿੱਟਾ ਸਾਡੇ ਸਾਹਮਣੇ ਰੱਖਿਆ ਵਾ ਕਿ ਰਾਸ਼ਟਰਪਤੀ ਆਪਣੇ ਸਾਰੇ ਕੰਮਾਂ ਸੰਬੰਧੀ ਮੰਤਰੀ ਪਰਿਸ਼ਦ ਦੀ ਸਲਾਹ ਨੂੰ ਸਵੀਕਾਰ ਕਰਨ ਲਈ ਪਾਬੰਦ ਨਹੀਂ ਹੈ। ਨੈਕਸਟ ਹੈ 1955 ਵਿੱਚ ਸਰਵਉੱਚ ਅਦਾਲਤ ਨੇ ਕਿਸ ਵਿਵਾਦ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਨੂੰ ਕਾਰਜਪਾਲਿਕਾ ਦਾ ਰਸਮੀ ਜਾਂ ਸੰਵਿਧਾਨਕ ਪ੍ਰਧਾਨ ਬਣਾਇਆ ਗਿਆ ਹੈ ਅਤੇ ਅਮਲੀ ਕਾਰਜਪਾਲਿਕਾ ਸ਼ਕਤੀਆਂ ਕੈਬਨਿਟ ਵਿੱਚ ਨਿਹਿਤ ਹਨ? ਤਾਂ ਇਹ ਕਪੂਰ ਬਨਾਮ ਪੰਜਾਬ ਰਾਜ ਵਿਵਾਦ, ਪੰਜਾਬ ਦੇ ਵਿੱਚ ਜਿਹੜਾ ਕਪੂਰ ਬਨਾਮ ਚੱਲਿਆ ਸੀ ਨਾ, ਕਪੂਰ ਬਨਾਮ ਦਾ ਵਿਵਾਦ ਚੱਲਿਆ ਸੀ, ਉਹਦੇ ਅਕੋਰਡਿੰਗ ਇਹ ਫੈਸਲਾ ਲਿਆ ਗਿਆ ਸੀਗਾ ਕਿ ਰਾਸ਼ਟਰਪਤੀ ਨੂੰ ਕਾਰਜਪਾਲਿਕਾ ਦਾ ਰਸਮੀ ਜਾਂ ਸੰਵਿਧਾਨਕ ਪ੍ਰਧਾਨ ਬਣਾਇਆ ਗਿਆ ਵਾ ਅਤੇ ਅਮਲੀ ਕਾਰਜਪਾਲਿਕਾ ਸ਼ਕਤੀਆਂ ਦਾ ਕੈਬਨਿਟ ਵਿੱਚ ਨਿਹਿਤ ਹਨ, ਉਹਦੇ ਹਿੱਤ ਵਿੱਚ ਹਨ ਜਾਣੀ ਕਿ। ਨੈਕਸਟ ਹੈ ਰਾਸ਼ਟਰਪਤੀ ਦੇ ਵਿਵੇਕ ਸੰਬੰਧੀ ਰਾਸ਼ਟਰਪਤੀ ਦੇ ਵਿਵੇਕ ਸੰਬੰਧੀ ਟੀ ਕ੍ਰਿਸ਼ਨਾਮਾਚਾਰੀ ਨੇ ਹੇਠ ਲਿਖਿਆਂ ਵਿੱਚੋਂ ਕਿਸ ਸਥਿਤੀ ਦਾ ਵਰਣਨ ਕੀਤਾ? ਇਹਨਾਂ ਨੇ ਵਰਣਨ ਕੀਤਾ ਪ੍ਰਧਾਨ ਮੰਤਰੀ ਦੀ ਚੋਣ ਤੇ ਪ੍ਰਸ਼ਨ ਉਠਾਏ, ਲੋਕ ਸਭਾ ਨੂੰ ਭੰਗ ਕਰਨ ਤੇ ਪ੍ਰਸ਼ਨ ਪੁੱਛੇ, ਮੰਤਰੀ ਮੰਡਲ ਨੂੰ ਪਦਵੀ ਤੋਂ ਹਟਾਉਣ ਦੇ ਪ੍ਰਸ਼ਨ। ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਸ ਵਿਦਵਾਨ ਅਨੁਸਾਰ ਮੰਤਰੀ ਮੰਡਲ ਰਾਜ ਦੇ ਜਹਾਜ਼ ਦਾ ਪਰਿਚਾਲਕ ਜੰਤਰ ਹੁੰਦਾ ਹੈ? ਹਾਂਜੀ, ਜਿਹੜਾ ਮੰਤਰੀ ਮੰਡਲ ਆ ਉਹ ਰਾਜ ਨੂੰ ਚਲਾਉਣ ਦੇ ਲਈ ਇੱਕ ਤਰ੍ਹਾਂ ਨਾਲ ਜਹਾਜ਼ ਦੇ ਜੰਤਰ ਵਾਂਗੂ ਕੰਮ ਕਰਦਾ ਵਾ, ਤੇ ਇਹ ਕਿਹਨੇ ਕਿਹਾ? ਰੈਮਜੇ ਮਯੂਰ ਨੇ ਕਿਹਾ। ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਮੰਤਰੀ ਪਰਿਸ਼ਦ ਅਤੇ ਸੰਸਦ ਦੇ ਪਰੰਪਰਾਗਤ ਸੰਬੰਧ ਦਾ ਅਧਿਐਨ ਕਿਸ ਰੂਪ ਵਿੱਚ ਕੀਤਾ ਜਾ ਸਕਦਾ? ਹਾਂਜੀ, ਮੰਤਰੀ ਪਰਿਸ਼ਦ ਅਤੇ ਸੰਸਦ ਦੇ ਪਰੰਪਰਾਗਤ ਸੰਬੰਧ ਦਾ ਜਿਹੜਾ ਅਧਿਐਨ ਆ ਇਹ ਸਿਧਾਂਤਕ ਦ੍ਰਿਸ਼ਟੀ ਨਾਲ ਕੀਤਾ ਜਾ ਸਕਦਾ, ਇਸ ਤੋਂ ਇਲਾਵਾ ਵਿਵਹਾਰਿਕ ਦ੍ਰਿਸ਼ਟੀ ਨਾਲ ਕੀਤਾ ਜਾ ਸਕਦਾ। ਤਾਂ ਆਪਸ਼ਨ ਨੰਬਰ ਇੱਥੇ ਡੀ ਰਾਈਟ ਆਨਸਰ ਹੈ। ਨੈਕਸਟ ਹੈ ਮੰਤਰੀ ਪਰਿਸ਼ਦ ਅਤੇ ਸੰਸਦ ਦੇ ਸਿਧਾਂਤਕ ਦ੍ਰਿਸ਼ਟੀਕੋਣ ਅਧੀਨ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸ਼ਾਮਿਲ ਕੀਤਾ ਗਿਆ? ਹਾਂਜੀ, ਮੰਤਰੀ ਪਰਿਸ਼ਦ ਅਤੇ ਸੰਸਦ ਦੇ ਸਿਧਾਂਤਕ ਦ੍ਰਿਸ਼ਟੀਕੋਣ ਅਧੀਨ ਕੰਮ ਰੋਕੋ ਪ੍ਰਸਤਾਵ, ਬਜਟ ਤੇ ਕਟੌਤੀ, ਅਵਿਸ਼ਵਾਸ ਪ੍ਰਸਤਾਵ, ਉਪਰੋਕਤ ਸਾਰਿਆਂ ਨੂੰ ਸ਼ਾਮਿਲ ਕੀਤਾ ਗਿਆ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਕਿਸ ਦੀ ਰਿਟ ਜਾਚਿਕਾ ਤੇ ਫੈਸਲੇ ਦਿੰਦੇ ਹੋਏ ਮੁੱਖ ਜੱਜ ਸਿਕਰੀ ਨੇ 17 ਮਾਰਚ 1971 ਨੂੰ ਕਿਹਾ ਸੀ ਕਿ ਸੰਵਿਧਾਨ ਦਾ 74ਵਾਂ ਅਨੁਛੇਦ ਆਦੇਸ਼ਾਤਮਕ ਅਤੇ ਰਾਸ਼ਟਰਪਤੀ ਕੈਬਨਿਟ ਦੀ ਸਹਾਇਤਾ
ਅਤੇ ਸਲਾਹ ਬਿਨਾ ਕੰਮ ਨਹੀਂ ਕਰ ਸਕਦਾ। ਹਾਂਜੀ, ਇਹ ਜੱਜ ਨੇ ਕਿਸ ਰਿਟ ਤੇ ਕਿਹਾ ਸੀਗਾ, ਜਾਣੀ ਕਿ ਕਿਸ ਦੀ ਰਿਟ ਜਾਚਿਕਾ ਤੇ ਕਿਹਾ ਸੀ? ਤਾਂ UNR ਰਾਓ ਦੀ ਉਹ ਲੱਗੀ ਹੋਈ ਸੀਗੀ ਰਿਟ, ਜਿਹਦੇ ਵਿੱਚ ਜੱਜ ਸਿਕਰੀ ਨੇ ਇਹ ਬੋਲਿਆ ਸੀਗਾ ਕਿ ਸੰਵਿਧਾਨ ਦਾ 74ਵਾਂ ਅਨੁਛੇਦ ਆਦੇਸ਼ਾਤਮਕ ਅਤੇ ਰਾਸ਼ਟਰਪਤੀ ਕੈਬਨਿਟ ਦੀ ਸਹਾਇਤਾ ਅਤੇ ਸਲਾਹ ਬਿਨਾ ਕੰਮ ਨਹੀਂ ਕਰ ਸਕਦਾ। ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਸੀਗਾ, UNR ਰਾਓ। ਨੈਕਸਟ ਕੁਐਸਚਨ ਆ, ਹਾਂਜੀ, ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਰੂਪ ਵਿੱਚ ਕਿਸ ਨੂੰ ਚੁਣਿਆ ਗਿਆ? ਭਾਰਤ ਦੇ ਪਹਿਲੇ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਚੁਣਿਆ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਦੇਖੋ, ਅਨੁਛੇਦ 52 ਦੇ ਵਿੱਚ ਇਹ ਕਿਹਾ ਗਿਆ ਵਾ ਕਿ ਭਾਰਤ ਦਾ ਇੱਕੋ ਰਾਸ਼ਟਰਪਤੀ ਹੋਵੇਗਾ। ਅਨੁਛੇਦ 53 ਦੇ ਵਿੱਚ ਇਹ ਬੋਲਿਆ ਗਿਆ, ਇਹ ਐਲਾਨ ਕੀਤਾ ਗਿਆ ਕਿ ਸੰਘ ਦੀ, ਜਾਣੀ ਕਿ ਰਾਜਾਂ ਦੀ ਜਾਂ ਭਾਰਤ ਦੀ ਕਾਰਜਪਾਲਿਕਾ ਦੀ ਸ਼ਕਤੀ ਰਾਸ਼ਟਰਪਤੀ ਕੋਲੇ ਹੀ ਹੋਵੇਗੀ। ਭਾਰਤ ਦਾ ਰਾਸ਼ਟਰਪਤੀ ਹੀ ਪ੍ਰਮੁੱਖ ਹੋਵੇਗਾ ਤੇ ਸੰਵਿਧਾਨਕ ਬਾਕੀ ਰਾਸ਼ਟਰਪਤੀ ਦਾ ਜਿਹੜਾ ਆਉਂਦਾ ਵਾ ਉਹ ਸਰਵਉੱਚ ਹੋਊਗਾ, ਸਭ ਤੋਂ ਉੱਪਰ ਹੋਊਗਾ। ਰਾਸ਼ਟਰਪਤੀ ਹੀ ਭਾਰਤ ਦਾ ਪਹਿਲਾ ਨਾਗਰਿਕ ਹੋਵੇਗਾ। ਠੀਕ ਹੈ, ਇਹ ਹਰੇਕ ਅਨੁਛੇਦ ਦੇ ਵਿੱਚ ਆਪਾਂ ਨੂੰ ਜਾਣਕਾਰੀ ਮਿਲਦੀ ਆ। ਅਨੁਛੇਦ 74 ਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਰਾਸ਼ਟਰਪਤੀ ਆਪਣੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੀ ਮਦਦ ਨਾਲ ਹੀ ਕਰ ਸਕਦਾ ਵਾ। ਅਨੁਛੇਦ 77 ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਾਰੇ ਸ਼ਾਸਨ ਸੰਬੰਧੀ ਕੰਮ ਉਸ ਦੇ ਨਾਂ 'ਤੇ ਕੀਤੇ ਜਾਂਦੇ ਹਨ। ਠੀਕ ਹੈ, ਤਾਂ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਕਿਸ ਦੀ ਚੋਣ ਸੰਸਦ ਦੇ ਦੋਹਾਂ ਸਦਨਾਂ ਅਤੇ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਤੋਂ ਬਣੇ ਚੋਣਵੇਂ ਮੰਡਲ ਦੁਆਰਾ ਕੀਤੀ ਜਾਂਦੀ ਹੈ? ਤਾਂ ਰਾਸ਼ਟਰਪਤੀ ਦੀ ਕੀਤੀ ਜਾਂਦੀ ਹੈ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਰਾਜ ਸਭਾ ਵਿੱਚ ਨਾਮਜ਼ਦ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ? ਹਾਂਜੀ, ਰਾਜ ਸਭਾ ਵਿੱਚ ਜਿਹੜੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਰਾਸ਼ਟਰਪਤੀ ਵੱਲੋਂ 12 ਮੈਂਬਰ ਕੀਤੇ ਜਾਂਦੇ ਆ। ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਰਾਸ਼ਟਰੀ ਆਮਦਨ ਦਾ ਮੁਲਾਂਕਣ ਕੌਣ ਕਰਦਾ? ਹਾਂਜੀ, ਰਾਸ਼ਟਰੀ ਆਮਦਨ ਦਾ ਮੁਲਾਂਕਣ ਕਰਦਾ ਵਾ ਕੇਂਦਰੀ ਸੰਖਿਆਂਕੀ ਸੰਗਠਨ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਯੋਜਨਾ ਆਯੋਗ ਦਾ ਪ੍ਰਧਾਨ ਕੌਣ ਹੁੰਦਾ? ਹਾਂਜੀ, ਯੋਜਨਾ ਆਯੋਗ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖਤਮ ਕਰਕੇ ਨੀਤੀ ਆਯੋਗ 'ਚ ਬਦਲ ਦਿੱਤਾ 1 ਜਨਵਰੀ 2015 ਨੂੰ। ਤੇ ਜੋ ਵੀ ਯੋਜਨਾ ਆਯੋਗ ਜਾਂ ਫਿਰ ਨੀਤੀ ਆਯੋਗ ਦਾ ਪ੍ਰਧਾਨ ਹੋਵੇਗਾ ਉਹੀ ਮਤਲਬ ਕਿ ਉਹੀ ਭਾਰਤ ਦਾ ਪ੍ਰਧਾਨ ਮੰਤਰੀ ਹੋਵੇਗਾ। ਮਤਲਬ ਕਿ ਜੋ ਭਾਰਤ ਦਾ ਪ੍ਰਧਾਨ ਮੰਤਰੀ ਹੈ ਉਹੀ ਯੋਜਨਾ ਆਯੋਗ ਅਤੇ ਨੀਤੀ ਆਯੋਗ ਦਾ ਪ੍ਰਧਾਨ ਮੰਤਰੀ ਹੋਵੇਗਾ। ਤਾਂ ਯੋਜਨਾ ਆਯੋਗ ਦਾ ਪ੍ਰਧਾਨ ਕੌਣ ਹੁੰਦਾ ਵਾ? ਪ੍ਰਧਾਨ ਮੰਤਰੀ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਰਾਜ ਸਭਾ ਦਾ ਸਭਾਪਤੀ ਕੌਣ ਹੁੰਦਾ? ਰਾਜ ਸਭਾ ਦਾ ਸਭਾਪਤੀ ਹੁੰਦਾ ਵਾ ਉਪ ਰਾਸ਼ਟਰਪਤੀ। ਇਹ ਮੈਂ ਤੁਹਾਨੂੰ ਉੱਪਰ ਵੀ ਦੱਸ ਚੁੱਕੀ ਹਾਂ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਲੋਕ ਸਭਾ ਦਾ ਕੌਣ ਹੁੰਦਾ? ਲੋਕ ਸਭਾ ਦਾ ਸਪੀਕਰ। ਹਾਂਜੀ, ਰਾਜ ਸਭਾ ਦੁਆਰਾ ਲੋਕ ਸਭਾ ਨੂੰ ਵਿੱਤੀ ਬਿੱਲ ਕਿੰਨੇ ਦਿਨਾਂ ਵਿੱਚ ਵਾਪਸ ਦਿੱਤੇ ਜਾਣੇ ਚਾਹੀਦੇ ਹਨ? ਧਨ ਬਿੱਲ ਬਾਰੇ ਤਾਂ ਮੈਂ ਤੁਹਾਨੂੰ ਦੱਸਤਾ ਸੀਗਾ। ਇੱਕ ਹੁੰਦਾ ਵਾ ਵਿੱਤੀ ਬਿੱਲ। ਤਾਂ ਵਿੱਤੀ ਬਿੱਲ ਉਹ ਸਾਰੇ ਬਿੱਲ ਜਿਨ੍ਹਾਂ ਦਾ ਸੰਬੰਧ ਵਿੱਤੀ ਮਾਮਲਿਆਂ ਨਾਲ ਹੁੰਦਾ ਉਹਨਾਂ ਨੂੰ ਵਿੱਤ ਬਿੱਲ ਕਿਹਾ ਜਾਂਦਾ। ਹਰ ਧਨ ਵਿੱਤ ਬਿੱਲ ਹੁੰਦਾ ਵਾ, ਹਰ ਧਨ ਆ ਜਿਹੜਾ ਉਹ ਵਿੱਤ ਬਿੱਲ ਹੀ ਹੁੰਦਾ, ਪਰੰਤੂ ਹਰ ਵਿੱਤ ਬਿੱਲ ਧਨ ਬਿੱਲ ਨਹੀਂ ਹੋ ਸਕਦਾ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤੇ ਰਾਜ ਸਭਾ ਦੁਆਰਾ ਲੋਕ ਸਭਾ ਨੂੰ ਵਿੱਤੀ ਬਿੱਲ ਕਿੰਨੇ ਦਿਨਾਂ ਵਿੱਚ ਵਾਪਸ ਦਿੱਤਾ ਜਾਂਦਾ ਵਾ? 14 ਦਿਨਾਂ ਵਿੱਚ। ਠੀਕ ਹੈ, ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਨਸਰ ਹੈ। ਨੈਕਸਟ ਹੈ, ਰਾਸ਼ਟਰਪਤੀ ਆਪਣਾ ਤਿਆਗ ਪੱਤਰ ਕਿਸ ਨੂੰ ਸੌਂਪਦਾ ਵਾ? ਉਪ ਰਾਸ਼ਟਰਪਤੀ ਨੂੰ। ਜੇ ਉਪ ਰਾਸ਼ਟਰਪਤੀ ਨੇ ਦੇਣਾ ਹੋਵੇ ਤਾਂ ਉਹ ਰਾਸ਼ਟਰਪਤੀ ਨੂੰ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਭਾਰਤ ਦਾ ਪਹਿਲਾ ਨਾਗਰਿਕ ਕੌਣ ਹੁੰਦਾ ਹੈ? ਹਾਂਜੀ, ਭਾਰਤ ਦਾ ਪਹਿਲਾ ਨਾਗਰਿਕ ਰਾਸ਼ਟਰਪਤੀ ਹੁੰਦਾ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਭਾਰਤੀ ਸੰਵਿਧਾਨ ਵਿੱਚ ਸਰਕਾਰ ਦਾ ਸੰਸਦੀ ਰੂਪ ਕਿਸ ਤੋਂ ਲਿਆ ਗਿਆ? ਭਾਰਤੀ ਸੰਵਿਧਾਨ ਵਿੱਚ ਸਰਕਾਰ ਦਾ ਜਿਹੜਾ ਸੰਸਦੀ ਰੂਪ ਆ ਇਹ ਬਰਤਾਨਵੀਆਂ ਤੋਂ ਲਿਆ ਵਾ ਸੀ। ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ, ਜਾਣੀ ਕਿ ਬ੍ਰਿਟੇਨ ਤੋਂ। ਨੈਕਸਟ ਹੈ, ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਕੌਣ ਕਰਦਾ? ਹਾਂਜੀ, ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਦੀ ਪ੍ਰਧਾਨਗੀ ਰਾਸ਼ਟਰਪਤੀ ਕਰਦਾ। ਸੰਯੁਕਤ ਬੈਠਕ ਦੀ ਪ੍ਰਧਾਨਗੀ ਕੇਵਲ ਰਾਸ਼ਟਰਪਤੀ ਹੀ ਕਰ ਸਕਦਾ। ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਆ ਜਿਹੜੀ ਇਹ ਕਿਸੇ ਬਿੱਲ 'ਤੇ ਮਤਭੇਦ ਦੇ ਦੌਰਾਨ ਹੀ ਬੁਲਾਈ ਜਾਂਦੀ ਹੈ। ਠੀਕ ਹੈ, ਤਾਂ ਇੱਥੇ ਇਹ ਬਾਈ ਮਿਸਟੇਕ ਆਪਸ਼ਨ ਆ ਜਿਹੜੀ ਮੇਰੇ ਤੋਂ ਐਡ ਨਹੀਂ ਹੋਏਗੀ। ਤਾਂ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ ਰਾਸ਼ਟਰਪਤੀ ਕਰਦਾ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਭੇਦ ਵਿੱਚ ਸਭਾ ਅਤੇ ਸਮਿਤੀ ਨਾਮੀ ਦੋ ਸੰਸਥਾਵਾਂ ਦਾ ਵਰਣਨ ਕੀਤਾ ਗਿਆ ਅਤੇ ਇੱਥੋਂ ਹੀ ਆਧੁਨਿਕ ਸੰਸਦ ਦੀ ਸ਼ੁਰੂਆਤ ਮੰਨੀ ਗਈ? ਤਾਂ ਇਹ ਕਿਹੜੇ ਵੇਦ ਦੇ ਵਿੱਚ ਕੀਤਾ ਗਿਆ? ਰਿਗਵੇਦ ਦੇ ਵਿੱਚ ਕੀਤਾ ਗਿਆ। ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ ਜੀ,
ਹੇਠ ਲਿਖਿਆਂ ਵਿੱਚੋਂ ਕਿਸ ਸ਼ਬਦ ਦਾ ਅਰਥ ਵਿਸ਼ੇਸ਼ ਰੂਪ ਨਾਲ ਇੱਕ ਤਰ੍ਹਾਂ ਦੀ ਲੋਕਤੰਤਰਾਤਮਕ ਰਾਜਨੀਤਿਕ ਵਿਵਸਥਾ ਹੈ? ਇੱਥੇ ਸਰਵਉੱਚ ਸ਼ਕਤੀ ਲੋਕਾਂ ਦੇ ਪ੍ਰਤੀਨਿਧੀਆਂ ਦੀ ਸੰਸਥਾ ਵਿੱਚ ਕੰਮ ਕਰਦੀ ਆ। ਤਾਂ ਰਾਈਟ ਆਨਸਰ ਹੈ ਜੀ ਸੰਸਦ। ਇਹਨਾਂ ਦੇ ਵਿੱਚੋਂ ਸੰਸਦ ਦਾ ਅਰਥ ਹੀ ਵਿਸ਼ੇਸ਼ ਰੂਪ ਨਾਲ ਇੱਕ ਤਰ੍ਹਾਂ ਦਾ ਲੋਕਤੰਤਰਾਤਮਕ ਰਾਜਨੀਤਿਕ ਵਿਵਸਥਾ ਵਾ। ਠੀਕ ਹੈ, ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕੌਣ ਸਮੇਂ-ਸਮੇਂ ਤੇ ਸੰਸਦ ਦੇ ਦੋਨਾਂ ਸਦਨਾਂ ਨੂੰ ਬੁਲਾ ਸਕਦਾ ਵਾ? ਹਾਂਜੀ, ਸੰਸਦ ਦੇ ਦੋਨਾਂ ਸਦਨਾਂ ਦੀ ਸੰਯੁਕਤ ਬੈਠਕ ਕੌਣ ਬੁਲਾ ਸਕਦਾ? ਰਾਸ਼ਟਰਪਤੀ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਭਾਰਤ ਵਿੱਚ ਹਰੇਕ ਰਾਜ ਦੇ ਪ੍ਰਤੀਨਿਧੀਆਂ ਦੀ ਗਿਣਤੀ ਜ਼ਿਆਦਾਤਰ ਕਿਸ ਤੇ ਨਿਰਭਰ ਕਰਦੀ ਹੈ? ਹਾਂਜੀ, ਭਾਰਤ ਵਿੱਚ ਹਰੇਕ ਰਾਜ ਦੇ ਪ੍ਰਤੀਨਿਧੀਆਂ ਦੀ ਗਿਣਤੀ ਹੈ ਜਿਹੜੀ ਇਹ ਬਸੋਂ ਤੇ ਨਿਰਭਰ ਕਰਦੀ ਆ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਦੇ ਦੁਆਰਾ ਰਾਜ ਸਭਾ ਦੀਆਂ ਸ਼ਕਤੀਆਂ ਦੀ ਹੱਦਬੰਦੀ ਸੂਚਿਤ ਕੀਤੀ ਜਾਂਦੀ ਆ? ਹਾਂਜੀ, ਜਾਂ ਹੱਦਬੰਦੀ ਹੈ ਜਿਹੜੀ ਰਾਜ ਦੀਆਂ ਸ਼ਕਤੀਆਂ ਦੀ ਹੱਦਬੰਦੀ ਕਿਸ ਦੁਆਰਾ ਸੂਚਿਤ ਕੀਤੀ ਜਾਂਦੀ ਆ? ਕੋਈ ਧਨ ਬਿੱਲ ਰਾਜ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ। ਇਹ ਬਿਲਕੁਲ ਠੀਕ ਆ। ਅੱਗੇ, ਰਾਜ ਸਭਾ ਨੂੰ ਮੰਤਰੀ ਪਰਿਸ਼ਦ ਵਿੱਚ ਅਵਿਸ਼ਵਾਸ ਦਾ ਪ੍ਰਸਤਾਵ ਪਾਸ ਕਰਨ ਦੀ ਸ਼ਕਤੀ ਪ੍ਰਾਪਤ ਨਹੀਂ ਹੁੰਦੀ। ਇਹ ਵੀ ਮੈਂ ਤੁਹਾਨੂੰ ਉੱਪਰ ਦੱਸਿਆ ਵਾ। ਠੀਕ ਹੈ, ਇਹ ਠੀਕ ਹੈ। ਅੱਗੇ ਆ, ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ, ਇਸ ਦਾ ਫੈਸਲਾ ਕੇਵਲ ਲੋਕ ਸਭਾ ਦਾ ਸਪੀਕਰ ਹੀ ਕਰ ਸਕਦਾ। ਇਹ ਵੀ ਬਿਲਕੁਲ ਠੀਕ ਹੈ। ਤਾਂ ਆਪਸ਼ਨ ਡੀ ਰਾਈਟ ਆਨਸਰ ਹੈ ਕਿ ਉਪਰੋਕਤ ਸਾਰਿਆਂ ਦੇ ਦੁਆਰਾ ਹੀ ਰਾਜ ਸਭਾ ਦੀਆਂ ਸ਼ਕਤੀਆਂ ਨੂੰ ਹੱਦਬੰਦੀ ਸੂਚਿਤ ਹੁੰਦੀ ਆ। ਮਤਲਬ ਇਹ ਉੱਦਾਂ ਦੀ ਹੱਦ ਆ ਸ਼ਕਤੀਆਂ ਦੀ ਕਿ ਨਹੀਂ ਕਰ ਸਕਦੇ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕੌਣ ਸਾਹਿਤ ਵਿਗਿਆਨ, ਕਲਾ ਅਤੇ ਸਮਾਜ ਸੇਵਾ ਵਰਗੇ ਮਾਮਲਿਆਂ ਸੰਬੰਧੀ ਵਿਸ਼ੇਸ਼ ਗਿਆਨ ਅਤੇ ਵਿਹਾਰਕ ਅਨੁਭਵ ਰੱਖਣ ਵਾਲੇ ਵਿਅਕਤੀਆਂ ਵਿੱਚੋਂ 12 ਮੈਂਬਰ ਰਾਜ ਸਭਾ ਲਈ ਨਾਮਜ਼ਦ ਕਰ ਸਕਦਾ? ਤਾਂ ਰਾਸ਼ਟਰਪਤੀ ਕਰ ਸਕਦਾ। ਠੀਕ ਹੈ, ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਉਹ ਧੁਰੀ ਹੈ ਜਿਸ ਤੇ ਦੇਸ਼ ਦੀ ਰਾਜਨੀਤਿਕ ਵਿਵਸਥਾ ਨਿਰਭਰ ਕਰਦੀ ਆ? ਤਾਂ ਦੇਸ਼ ਦੀ ਰਾਜਨੀਤਿਕ ਵਿਵਸਥਾ ਕਿਹਦੇ ਤੇ ਡਿਪੈਂਡ ਆ? ਸੰਸਦ ਤੇ। ਆਪਸ਼ਨ ਨੰਬਰ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਸੰਸਦ ਦੀ ਮੌਲਿਕ ਭੂਮਿਕਾ ਅਤੇ ਕੰਮ ਕਿਹਾ ਜਾ ਰਿਹਾ ਹੈ? ਹਾਂਜੀ, ਸੰਸਦ ਦੀ ਮੌਲਿਕ ਭੂਮਿਕਾ ਅਤੇ ਕੰਮ ਕਿਹਾ ਜਾਂਦਾ ਹੈ ਜਾਣਕਾਰੀ ਪ੍ਰਾਪਤ ਕਰਨ ਦੇ ਅਧਿਕਾਰ ਨੂੰ, ਪ੍ਰਸ਼ਾਸਨ ਦੀ ਨਿਗਰਾਨੀ ਨੂੰ, ਸੰਵਿਧਾਨ ਦੀ ਭੂਮਿਕਾ ਨੂੰ। ਆਪਸ਼ਨ ਨੰਬਰ ਡੀ ਇੱਥੇ ਰਾਈਟ ਆਨਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਬਜਟ ਤਿਆਰ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ? ਹਾਂਜੀ, ਦੇਖੋ ਜਿਹੜਾ ਬਜਟ ਆ ਉਹ ਕੌਣ ਤਿਆਰ ਕਰ ਸਕਦਾ ਵਾ? ਬਜਟ ਤਿਆਰ ਕਰ ਸਕਦਾ ਵਾ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਬਜਟ ਤਿਆਰ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ? ਸਿਰਫ ਤੇ ਸਿਰਫ ਵਿੱਤ ਮੰਤਰੀ ਪੇਸ਼ ਕਰਦਾ ਵਾ ਜਿਹੜਾ ਬਜਟ ਆ। ਬਜਟ ਕੌਣ ਤਿਆਰ ਕਰਦਾ? ਵਿੱਤ ਮੰਤਰੀ ਤਿਆਰ ਕਰਦਾ ਵਾ। ਹੁਣ ਇੱਥੇ ਵਿੱਤ ਮੰਤਰੀ ਦੀ ਤਾਂ ਆਪਸ਼ਨ ਨਹੀਂ ਗੀ, ਪਰ ਮਤਲਬ ਉਹ ਕਾਰਜਪਾਲਿਕਾ ਦੇ ਅੰਡਰ ਹੀ ਆ ਜਾਂਦਾ। ਠੀਕ ਹੈ, ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਜਿਹੜਾ ਬਜਟ ਆ ਉਹ ਵਿੱਤ ਮੰਤਰੀ ਪੇਸ਼ ਕਰਦਾ ਵਾ। ਭਾਰਤ ਦੇ ਵਿੱਤ ਮੰਤਰੀ ਜੋ ਵੀ ਹੋਣਗੇ ਉਸ ਸਮੇਂ ਉਹ ਬਜਟ ਪੇਸ਼ ਕਰਦੇ ਆ। ਠੀਕ ਹੈ, ਹੁਣ ਐਟ ਪ੍ਰੈਜ਼ੈਂਟ 2023-24 ਦਾ ਬਜਟ ਕਿਹਨਾਂ ਨੇ ਪੇਸ਼ ਕੀਤਾ? ਭਾਰਤ ਅਤੇ ਪੰਜਾਬ ਦੋਨਾਂ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋ, ਕਿਉਂਕਿ ਮੈਂ ਬਜਟ 'ਤੇ ਆਲਰੇਡੀ ਇੱਕ ਵੀਡੀਓ ਬਣਾਈ ਸੀਗੀ। ਹਾਂਜੀ, ਤਾਂ ਇੱਥੇ ਰਾਈਟ ਆਨਸਰ ਹੈ ਆਪਸ਼ਨ ਬੀ ਕਾਰਜਪਾਲਿਕਾ। ਵੈਸੇ ਤਾਂ ਵਿੱਤ ਮੰਤਰੀ ਹੀ ਆਊਗਾ ਐਗਜ਼ਾਮ ਦੇ ਵਿੱਚ ਜੇ ਆਇਆ ਤਾਂ। ਨੈਕਸਟ ਹੈ, ਹਾਂਜੀ, ਸੰਵਿਧਾਨ ਵਿੱਚ ਉਪਬੰਧ ਹੈ ਕਿ ਅਨੁਮਾਨਿਤ ਪ੍ਰਾਪਤੀਆਂ ਅਤੇ ਖਰਚ ਦਾ ਇੱਕ ਸਾਲਾਨਾ ਹਾਂਜੀ, ਸੰਵਿਧਾਨ ਵਿੱਚ ਉਪਬੰਧ ਹੈ ਕਿ ਅਨੁਮਾਨਿਤ ਪ੍ਰਜਾਤੀਆਂ ਅਤੇ ਖਰਚ ਦਾ ਇੱਕ ਸਾਲਾਨਾ ਵੇਰਵਾ ਕਿਸ ਦੇ ਸਾਹਮਣੇ ਰੱਖਿਆ ਜਾਵੇ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਸੰਸਦ ਦੇ ਸਾਹਮਣੇ। ਠੀਕ ਹੈ, ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਪ੍ਰਸ਼ਾਸਕੀ ਜਵਾਬਦੇਹੀ ਦਾ ਅਰਥ ਕਿਸੇ ਪ੍ਰਤੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ? ਹਾਂਜੀ, ਪ੍ਰਸ਼ਾਸਕੀ ਜਵਾਬਦੇਹੀ ਦਾ ਅਰਥ ਸੰਸਦ ਦੀ ਜ਼ਿੰਮੇਵਾਰੀ ਹੈ। ਠੀਕ ਹੈ, ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ। ਨੈਕਸਟ ਹੈ, ਸਪੀਕਰ ਆਪਣੀ ਪਦਵੀ ਹੇਠ ਲਿਖਿਆਂ ਵਿੱਚੋਂ ਕਿਸ ਹਾਲਤ ਵਿੱਚ ਖਾਲੀ ਕਰ ਸਕਦਾ ਵਾ? ਹਾਂਜੀ, ਸਪੀਕਰ ਆਪਦੀ ਪਦਵੀ ਕਦੋਂ ਖਾਲੀ ਕਰ ਸਕਦਾ? ਜੇਕਰ ਉਹ ਲੋਕ ਸਭਾ ਦਾ ਮੈਂਬਰ ਨਾ ਰਹੇ, ਜੇਕਰ ਉਹ ਆਪਣਾ ਤਿਆਗ ਪੱਤਰ ਉਪ ਸਪੀਕਰ ਨੂੰ ਦੇਵੇ। ਜੇਕਰ ਉਹ ਲੋਕ ਸਭਾ ਦੇ ਤਤਕਾਲੀ ਸਾਰੇ ਮੈਂਬਰਾਂ ਦੇ ਬਹੁਮਤ ਦੁਆਰਾ ਉਸ ਨੂੰ ਪਦਵੀ ਤੋਂ ਹਟਾਉਣ ਲਈ ਸੰਕਲਪ ਪਾਸ ਕਰ ਦਿੱਤਾ ਜਾਵੇ। ਤਾਂ ਆਪਸ਼ਨ ਡੀ ਇੱਥੇ ਰਾਈਟ ਆਨਸਰ ਹੈ, ਉਪਰੋਕਤ ਸਾਰੇ ਹੀ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਸ਼੍ਰੇਣੀ ਦੇ ਪ੍ਰਸ਼ਨ ਸੰਸਦ ਦੇ ਦੋਹਾਂ ਸਦਨਾਂ ਵਿੱਚ ਸਧਾਰਨ ਤੌਰ 'ਤੇ ਮੰਤਰੀਆਂ ਅਰਥਾਤ ਸਰਕਾਰੀ ਮੈਂਬਰਾਂ ਤੋਂ ਪੁੱਛੇ ਜਾਂਦੇ ਹਨ? ਹਾਂਜੀ, ਕਿਹੜੇ ਕਿਸਮ ਦੇ ਪ੍ਰਸ਼ਨ ਆ ਜਿਹੜੇ ਅਸੀਂ ਸੰਸਦ ਦੇ ਦੋਹਾਂ ਸਦਨਾਂ ਦੁਆਰਾ ਪੁੱਛ ਸਕਦੇ ਹਾਂ? ਤਾਂ ਇਹ ਹੈਗੇ ਆ ਜੀ ਆਪਸ਼ਨ ਨੰਬਰ ਡੀ ਉਪਰੋਕਤ ਸਾਰੇ ਹੀ, ਜਾਣੀ ਕਿ ਤਾਰਾਂਤਕਿਤ ਪ੍ਰਸ਼ਨ, ਅਲਪ ਸੂਚਨਾ ਪ੍ਰਸ਼ਨ, ਅਤਾਰਾਂਕਿਤ ਪ੍ਰਸ਼ਨ। ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਨੈਕਸਟ ਹੈ, ਹੇਠ ਲਿਖਿਆਂ ਵਿੱਚੋਂ ਕਿਸ ਪ੍ਰਸ਼ਨ ਦਾ ਸਦਨ ਵਿੱਚ ਮੌਖਿਕ ਉੱਤਰ ਦਿੱਤਾ ਜਾਂਦਾ? ਹਾਂਜੀ, ਉਹ ਕਿਹੜੀ ਕਿਸਮ ਦੇ ਪ੍ਰਸ਼ਨ ਆ ਜਿਨ੍ਹਾਂ ਦਾ
ਬੋਲ ਕੇ ਉੱਤਰ ਦਿੱਤਾ ਜਾਂਦਾ, ਤਾਰਾਂਕਿਤ ਪ੍ਰਸ਼ਨ ਦਾ ਦਿੱਤਾ ਜਾਂਦਾ, ਮੌਖਿਕ ਰੂਪ ਵਿੱਚ ਜਾਣੀ ਕਿ ਲਿਖਤੀ ਰੂਪ ਵਿੱਚ ਤਾਰਾਂਕਿਤ ਪ੍ਰਸ਼ਨ ਦਾ ਦਿੱਤਾ ਜਾਂਦਾ ਵਾ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਸ਼ਨ ਦਾ ਉੱਤਰ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ। ਮੈਂ ਆਲਰੇਡੀ ਦੱਸ ਚੁੱਕੀ ਹਾਂ, ਤਾਂ ਆਪਸ਼ਨ ਨੰਬਰ ਇੱਥੇ ਬੀ ਰਾਈਟ ਆਂਸਰ ਹੈ। ਠੀਕ ਹੈ, ਅਤਾਰਾਂਕਿਤ ਪ੍ਰਸ਼ਨ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਸ਼ਨ ਅਜਿਹਾ ਮਤਲਬ ਇਹਨਾਂ ਦੇ ਵਿੱਚੋਂ ਇੱਕ ਅਜਿਹਾ ਮਾਧਿਅਮ ਆ ਪ੍ਰਸ਼ਨ ਦਾ, ਉਹ ਕਿਹੜਾ ਵਾ ਜਿਸ ਦੇ ਦੁਆਰਾ ਸੰਸਦ ਪ੍ਰਸ਼ਾਸਨ ਤੇ ਨਿਗਰਾਨੀ ਕਰਦੀ ਹੈ ਅਤੇ ਇਸ ਦੀ ਵਰਤੋਂ ਉਹਨਾਂ ਸਾਰੇ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਪ੍ਰਤੀਨਿਧੀ ਸੰਸਦੀ ਲੋਕਤੰਤਰ ਦੀ ਪ੍ਰਣਾਲੀ ਮੌਜੂਦ ਆ। ਤਾਂ ਇਹ ਹੈਗੇ ਆ ਸੰਸਦੀ ਪ੍ਰਸ਼ਨ। ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ ਸੰਸਦ ਦੇ ਦੋਹਾਂ ਸਦਨਾਂ ਵਿੱਚ ਪ੍ਰਸ਼ਨ ਕਾਲ ਦੇ ਠੀਕ ਬਾਅਦ ਦਾ ਸਮਾਂ ਆਮ ਤੌਰ 'ਤੇ ਕਿਸ ਨਾਮ ਨਾਲ ਜਾਣਿਆ ਜਾਂਦਾ। ਤਾਂ ਇਹ ਸ਼ੂਨਿਆ ਨਾਮ ਦੇ ਨਾਲ ਜਾਣਿਆ ਜਾਂਦਾ। ਸ਼ੂਨਿਆ ਕਾਲ, ਸ਼ੂਨਿਆ ਮਤਲਬ ਕੀ ਹੁੰਦਾ ਜ਼ੀਰੋ। ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ ਧਿਆਨ ਖਿੱਚਣ ਵਾਲੀਆਂ ਸੂਚਨਾਵਾਂ ਲਈ ਉਪਬੰਧ ਪਹਿਲੀ ਵਾਰ ਕਿਸ ਸਾਲ ਵਿੱਚ ਕੀਤਾ ਗਿਆ। ਤਾਂ 1954 ਦੇ ਵਿੱਚ ਕੀਤਾ ਗਿਆ। ਆਪਸ਼ਨ ਬੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ ਅਜਿਹੇ ਸਾਰੇ ਬਿੱਲ ਜੋ ਸੰਵਿਧਾਨ ਸੋਧ ਬਿੱਲ ਅਤੇ ਧਨ ਬਿੱਲ ਨਹੀਂ ਹੁੰਦੇ, ਉਹ ਕਿਹੜੇ ਬਿੱਲ ਹੁੰਦੇ ਆ। ਹਾਂਜੀ, ਹੁਣ ਆਪਾਂ ਇੱਥੇ ਮੈਂ ਤੁਹਾਨੂੰ ਸਾਰੇ ਬਿੱਲਾਂ ਬਾਰੇ ਤਾਂ ਦੱਸ ਚੁੱਕੀ ਹਾਂ। ਧਨ ਬਿੱਲ ਵੀ ਦੱਸਤਾ, ਵਿੱਤ ਬਿੱਲ ਵੀ ਦੱਸਤਾ। ਠੀਕ ਹੈ, ਇੱਕ ਹੁੰਦਾ ਸਧਾਰਨ ਬਿੱਲ। ਇਹ ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾਂਦਾ ਵਾ। ਇਹਦੇ ਪਹਿਲੇ ਪੜਾਅ ਵਿੱਚ ਹੀ ਸਦਨ ਤੋਂ ਆਗਿਆ ਲੈਣੀ ਹੁੰਦੀ ਆ। ਦੂਜੇ ਪੜਾਅ ਵਿੱਚ ਵਿਸਤ੍ਰਿਤ ਚਰਚਾ ਕੀਤੀ ਜਾਂਦੀ ਆ। ਤੀਜੇ ਵਿੱਚ ਬਿੱਲ ਨੂੰ ਸਵੀਕਾਰ ਜਾਂ ਅਸਵੀਕਾਰ ਕੀਤਾ ਜਾਂਦਾ, ਪਰੰਤੂ ਇਸ ਪੜਾਅ ਵਿੱਚ ਕੋਈ ਵੀ ਸੋਧ ਨਹੀਂ ਹੁੰਦੀ। ਇਸ ਐਕਟ ਦੇ ਪਾਸ ਹੋਣ ਮਗਰੋਂ ਇਸ ਨੂੰ ਦੂਸਰੇ ਸਦਨ ਵਿੱਚ ਭੇਜਿਆ ਜਾਂਦਾ। ਦੂਜਾ ਸਦਨ ਇਸ ਨੂੰ ਬਿਨਾਂ ਸੋਧ ਕੀਤੇ ਪਾਸ ਕਰ ਸਕਦਾ ਜਾਂ ਪਹਿਲੇ ਸਦਨ ਨੂੰ ਵਾਪਸ ਭੇਜ ਸਕਦਾ ਅਤੇ ਇਸ ਨੂੰ ਅਸਵੀਕਾਰ ਵੀ ਕਰ ਸਕਦਾ ਅਤੇ ਇਸ 'ਤੇ ਕੋਈ ਕਾਰਵਾਈ ਨਾ ਵੀ ਕਰੇ ਤਾਂ ਵੀ ਉਹ ਚੱਲ ਸਕਦਾ ਵਾ। ਠੀਕ ਹੈ, ਅਤੇ ਆਪਸ਼ਨ ਸੀ ਇੱਥੇ ਰਾਈਟ ਆਂਸਰ ਇਹ ਹੁੰਦਾ ਸਧਾਰਨ ਬਿੱਲ। ਦੇਖੋ ਬਿੱਲ ਜਿਹੜੇ 4 ਪ੍ਰਕਾਰ ਦੇ ਹੁੰਦੇ ਆ, ਸਧਾਰਨ ਬਿੱਲ, ਧਨ ਬਿੱਲ, ਵਿੱਤ ਬਿੱਲ। ਇੱਕ ਬਿੱਲ ਰਹਿ ਗਿਆ ਸੰਵਿਧਾਨਕ ਸੋਧ ਬਿੱਲ। 368 ਅਨੁਸਾਰ ਸੰਸਦ ਭਾਰਤੀ ਸੰਵਿਧਾਨ ਵਿੱਚ ਸੋਧ ਕਰ ਸਕਦੀ ਹੈ। ਸੋਧ 2 ਕਿਸਮਾਂ ਦੀ ਹੋ ਸਕਦੀ ਆ। ਸੰਸਦ ਦੇ ਦੋਨਾਂ ਸਦਨਾਂ ਦੇ ਵਿਸ਼ੇਸ਼ ਬਹੁਮਤ ਦੇ ਆਧਾਰ 'ਤੇ ਵੀ ਹੋ ਸਕਦੀ ਹੈ ਅਤੇ ਸੰਸਦ ਦੇ ਵਿਸ਼ੇਸ਼ ਬਹੁਮਤ ਤੋਂ ਇਲਾਵਾ ਘੱਟੋ ਘੱਟ ਅੱਧੇ ਰਾਜਾਂ ਦੇ ਵਿਧਾਨ ਮੰਡਲਾਂ ਦੇ ਸਮਰਥਨ ਨਾਲ ਵੀ ਹੋ ਸਕਦੀ ਆ। ਨੈਕਸਟ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਸਦੀ ਸੰਕਲਪਾਂ ਦਾ ਇੱਕ ਵਰਗ ਆ। ਤਾਂ ਇਹ ਹੈਗਾ ਵਾ ਜੀ ਗੈਰ ਸਰਕਾਰੀ ਮੈਂਬਰਾਂ ਦਾ ਸੰਕਲਪ, ਸਰਕਾਰੀ ਸੰਕਲਪ, ਅਸੰਵਿਧਾਨਕ ਸੰਕਲਪ। ਆਪਸ਼ਨ ਡੀ ਇੱਥੇ ਰਾਈਟ ਆਂਸਰ ਹੈ। ਨੈਕਸਟ ਹੈ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਧਨ ਬਿੱਲ ਦੀ ਵਿਸਤ੍ਰਿਤ ਪਰਿਭਾਸ਼ਾ ਦਿੱਤੀ ਗਈ ਹੈ। ਧਨ ਬਿੱਲ ਦੀ ਵਿਸਤ੍ਰਿਤ ਪਰਿਭਾਸ਼ਾ ਸਾਨੂੰ ਅਨੁਛੇਦ 110 ਵਿੱਚ ਦਿੱਤੀ ਗਈ ਹੈ। ਇਹ ਸਬ ਇੰਸਪੈਕਟਰ ਚਾਹ ਚੁੱਕਿਆ। ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਅਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫॉर ਵਾਚਿੰਗ।